पाँच वखर तन पल्लै होए। ਧੰਨ ਗੁਰੂ ਨਾਨਕ ਦੇਵ ਜੀ ਨੂੰ ਸਿੱਧਾ ਦੁਆਰਾ ਸਵਾਲ ਕੀਤੇ ਗਏ ਸਨ ਕਿ ਬੁੱਧ ਮਿਟੇ, ਕਿਹੜੀ ਚੀਜ਼ ਦੇ ਨਾਲ ਕੋਟੀ ਬੁੱਧੀ ਹੈ ਜਿਹੜੀ ਇਹ ਮਿਟ ਜਾਵੇ। ਤੇ ਜਿਹੜਾ ਮਨਮੁਖ ਹੈ ਕਬੁੱਧ ਚਵਾਵੇ ਸੋ ਕਿਤ ਠਾਏ, ਕਿਉ ਤਤ ਨ ਪੁੱਜੇ ਝੂਟਾ ਖਾਏ। ਜਮਦਰ ਪਾਦੇ ਕੋਈ ਨ ਰਾਖੈ, ਬਿਨ ਸ਼ਬਦੇ ਨਾਹੀ ਪਤ ਸਾਖੈ। ਇਹ ਸਾਰੇ ਸਵਾਲਾਂ ਦੇ ਜਵਾਬ ਧੰਨ ਗੁਰੂ ਮਹਾਰਾਜ ਜੀ ਨੇ ਕੱਲ 56 ਨੰਬਰ ਪੌੜੀ ਦੇ ਵਿੱਚ ਦੇ ਦਿੱਤੇ ਸਨ। ਕੁਝ ਇੱਕ ਗਿਆਨ ਵਾਲੀਆਂ ਜੋ ਸਿੱਧਾ ਨੂੰ ਦੱਸਣ ਵਾਲੀਆਂ ਗੱਲਾਂ ਸਨ, ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਇਸ 52 ਨੰਬਰ ਪੌੜੀ ਦੇ ਅੰਦਰ ਦਰਜ ਕੀਤੀਆਂ ਨੇ। ਗੁਰੂ ਮਹਾਰਾਜ ਜੀ ਸਾਂਝੀ ਵਾਰਤਾ ਦਾ ਉਪਦੇਸ਼ ਦੇ ਕਰ ਪ੍ਰੇਰਨਾ ਦਿੰਦੇ ਨੇ। ਸਾਚ ਵਖਰ ਤਨ ਪੱਲੇ ਹੋਏ, ਸਾਚ ਵਖਰ ਤਨ ਪੱਲੇ ਹੋਏ। ਇਹਦਾ ਅੰਤਰੀ ਅਰਥ ਇਹ ਬਣਦਾ ਹੈ ਕਿ ਉਸ ਸੱਚੇ ਸਤਿਗੁਰ ਦੇ ਸੱਚੇ ਨਾਮ ਦੀ ਕਮਾਈ ਨੂੰ ਜਿਨ੍ਹਾਂ ਨੇ ਪੱਲੇ ਬੰਨਿਆ ਹੋਇਆ ਹੈ, ਜਿਨ੍ਹਾਂ ਦੇ ਪੱਲੇ ਉਸ ਪਰਮਾਤਮਾ ਦੇ ਨਾਮ ਦੀ ਕਮਾਈ ਹੋਵੇ ਜੀ। आप तरह काले भी सोए। ਜਿਸ ਦੇ ਪੱਲੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਦੀ ਕਮਾਈ ਪੱਲੇ ਬੰਨੀ ਹੋਈ ਹੈ, ਆਪ ਤਰੇ, ਉਹ ਆਪ ਵੀ ਤਰ ਜਾਵੇਗਾ। ਤਾਰੇ ਵੀ ਸੋਏ, ਤੇ ਉਹ ਦੂਜਿਆਂ ਨੂੰ ਵੀ ਤਾਰ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਦਾ ਪਾਵਨ ਉਪਦੇਸ਼, ਗੁਰਸਿੱਖੀ ਦਾ ਮੁੱਢਲਾ ਗਿਆਨ ਇਹੀ ਹੈ ਕਿ ਅਸੀਂ ਨਾਮ ਦੀ ਕਮਾਈ ਵਾਲੇ ਹੋਈਏ, ਨਾਮ ਦੀ ਕਮਾਈ ਸਾਡੇ ਪੱਲੇ ਬੰਨੀ ਹੋਵੇ। ਆਪ ਤਰੇ, ਇਸ ਨਾਮ ਦੀ ਕਮਾਈ ਦੇ ਨਾਲ ਅਸੀਂ ਆਪਾਂ ਵੀ ਤਰ ਜਾਵਾਂਗੇ। ਤਾਰੇ ਵੀ ਸੋਏ, ਤੇ ਉਹ ਦੂਜਿਆਂ ਨੂੰ ਵੀ ਤਾਰਨ ਦੇ ਯੋਗ ਹੋ ਜਾਂਦਾ ਹੈ ਜੀ। सहज रता बूझै बख होए। ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਗਿਆਨ ਦੇ ਵਿੱਚ ਰੰਗਿਆ ਗਿਆ ਹੈ ਨਾ, ਉਹ ਇਹਨਾਂ ਗੱਲਾਂ ਨੂੰ ਸਮਝਦਾ ਹੈ ਤੇ ਉਸ ਦੀ ਹੀ ਇੱਜ਼ਤ ਪੱਤ ਬਣਦੀ ਹੈ। ਨਾਥਾਂ ਦਾ ਇੱਕ ਇੱਥੇ ਇਹ ਵੀ ਸਵਾਲ ਸੀ ਵੀ ਇਸ ਦੁਨੀਆ ਦੇ ਅੰਦਰੋਂ ਅਸੀਂ ਸਤਿਕਾਰ ਪੱਤ ਦੇ ਨਾਲ ਕਿਵੇਂ ਜਾਣਾ ਕਰੀਏ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਹਿਜ ਰਤਾ ਬੂਝੇ ਪਤ ਹੋਏ। ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਗਿਆਨ ਦੇ ਵਿੱਚ ਰੰਗਿਆ ਗਿਆ ਹੈ, ਉਹ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਨਾਮ ਦੀ ਕਮਾਈ ਦੀ ਜਿਹੜਾ ਧਨ ਹੈ, ਨਾਮ ਨੂੰ ਕਮਾਉਣਾ ਹੈ, ਨਾਮ ਦਾ ਅਭਿਆਸ ਕਰਨਾ ਹੈ। ਇਹਦੇ ਨਾਲ ਆਪ ਵੀ ਤਰ ਚਾਹੀਦਾ ਹੈ ਤੇ ਦੂਜਿਆਂ ਨੂੰ ਵੀ ਤਾਰ ਲਈਦਾ ਹੈ। ਪੱਤ ਹੋਏ ਉਸ ਗੁਰਮੁਖ ਪਿਆਰੇ ਦੀ ਇਸ ਦੁਨੀਆ ਦੇ ਵਿੱਚ ਵੀ ਤੇ ਅੱਗੇ ਵੀ ਪੱਤ ਬਣ ਜਾਂਦੀ ਹੈ ਜੀ। ताकि कीमत करੈ ਨ ਕੋਏ। ਜਿਸ ਨੇ ਸੱਚ ਦੀ ਕਮਾਈ, ਸੱਚੇ ਨਾਮ ਦੀ ਕਮਾਈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰਨਾ ਪ੍ਰਾਰੰਭ ਕਰ ਲਿਆ, ਉਸ ਨਾਮ ਨੂੰ ਕਮਾਉਣਾ ਪ੍ਰਾਰੰਭ ਕਰ ਲਿਆ, ਤਾਂ ਕਿ ਕੀਮਤ ਕਰੇ ਨਾ ਕੋਈ। ਉਸ ਦੀ ਵਡਿਆਈ ਜਿਹੜੀ ਉਹ ਕੋਈ ਨਹੀਂ ਪਾ ਸਕਦਾ। ਇਤਨੀ ਵੱਡੀ ਵਡਿਆਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਕਿ ਉਸ ਦੀ ਕੀਮਤ ਪਾਣੀ ਵੀ ਬੜੀ ਮੁਸ਼ਕਲ ਹੋ ਜਾਂਦੀ ਹੈ। ਇਤਨਾ ਮਹਾਨ ਹੋ ਜਾਂਦਾ ਹੈ ਜੀ। ਜਹ ਦੇਖਾ ਤਹ ਰਹੇ ਅਸਮਾਏ। ਉਸ ਦਾ ਸੁਭਾਅ ਫਿਰ ਇਸ ਤਰ੍ਹਾਂ ਦਾ ਬਣ ਜਾਂਦਾ ਹੈ, ਉਹ ਜਿੱਥੇ ਵੀ ਪ੍ਰਭੂ ਪਰਮਾਤਮਾ ਨੂੰ ਜਿੱਧਰ ਵੀ ਵੇਖਦਾ ਉਹਨੂੰ ਰੱਬ ਹੀ ਦਿਸਦਾ ਹੈ। ਸਾਰਿਆਂ ਦੇ ਵਿੱਚ ਪਰਮਾਤਮਾ ਦਾ ਰੂਪ ਵੀ ਉਸ ਨੂੰ ਨਜ਼ਰ ਆਉਂਦਾ ਹੈ। ਹਰ ਹਟ ਵੀ ਤੂੰ ਤੂੰ ਕਰੇ, ਬੋਲੇ ਭਲੀ ਬਾਣ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਫਿਰ ਹਰ ਇੱਕ ਧੁਨ ਦੇ ਵਿੱਚੋਂ ਉਸ ਪ੍ਰਭੂ ਪਰਮਾਤਮਾ ਦਾ ਨਾਮ, ਉਸ ਦੀ ਵਿਆਪਕਤਾ ਦੀ ਝਲਕ ਕੇ ਜਿਹੜੀ ਉਹ ਅਨੁਭਵ ਹੁੰਦੀ ਹੈ ਜੀ। ਨਾਨਕ ਪਾਰ ਪਰੈ ਪਾਏ। ਜਿਸ ਦੇ ਅੰਦਰ ਸੱਚ ਦੀ ਭਾਵਨਾ ਹੈ, ਭਾਏ ਦਾ ਅਰਥ ਹੁੰਦਾ ਭਾਵਨਾ, ਜਿਸ ਦੇ ਅੰਦਰ ਸੱਚ ਨੂੰ ਪ੍ਰਾਪਤ ਕਰਨ ਦੀ ਭਾਵਨਾ ਬਣੀ ਹੋਈ ਹੈ, ਜੋ ਸੱਚ ਦੀ ਭਾਵਨਾ ਵਾਲਾ ਹੈ, ਪਾਰ ਪਰੇ, ਉਹ ਇਸ ਸੰਸਾਰ ਤੋਂ ਪਾਰ ਉਤਾਰਾ ਕਰ ਜਾਂਦਾ ਹੈ ਜੀ। ਸੋ ਸ਼ਬਦ ਕਾ ਕਹਾਵਾ ਕਥਿਐ, ਜਿਤ ਕਰੀਐ ਭਵਜਲ ਸੰਸਾਰੋ। ਇਹ 58 ਨੰਬਰ ਪੌੜੀ ਦੇ ਵਿੱਚ ਫਿਰ ਨਾਥਾਂ ਦੇ ਵੱਲੋਂ ਸਵਾਲ ਕੀਤਾ ਗਿਆ, ਇਹ ਸੱਚੇ ਸਤਿਗੁਰ ਜੀ, ਸੋ ਸ਼ਬਦ ਕਾ ਕਹਾਵਾਸ ਕਥਿਐ, ਜਿਹੜਾ ਅਣਹੱਤ ਸ਼ਬਦ ਹੈ ਉਹ ਸਾਡੇ ਸਰੀਰ ਦੇ ਅੰਦਰ ਕਿੱਥੇ ਵਸਿਆ ਹੋਇਆ, ਕਿੱਥੇ ਵੱਜ ਰਿਹਾ ਹੈ। ਜਿਤ ਤਰੀਏ ਭਵਜਲ ਸੰਸਾਰੋ, ਜਿਹੜੇ ਸ਼ਬਦ ਦੇ ਨਾਲ
ਇਸ ਸੰਸਾਰ ਤੋਂ ਅਸੀਂ ਪਾਰ ਹੋ ਜਾਂਦੇ ਹਾਂ, ਉਹ ਸਾਡੇ ਅੰਦਰ ਕਿੱਥੇ ਵੱਜ ਰਹੀ ਹੈ, ਕਿੱਥੇ ਵਸਿਆ ਹੋਇਆ ਹੈ ਜੀ। ਸਤ ਅੰਗਰ ਵਾਈ ਕਹੀਐ ਤਿਸ ਕਉ ਕਵਨ ਆਧਾਰੋ। ਪਹਿਲਾ ਸਵਾਲ ਸੀ ਕਿ ਸਾਡੇ ਅੰਦਰ ਜਿਹੜੀ ਅਣਹਦ ਧੁਨ ਚੱਲ ਰਹੀ ਹੈ ਉਹ ਸਾਡੇ ਸਰੀਰ ਦੇ ਅੰਦਰ ਕਿੱਥੇ ਹੈ, ਜਿਸ ਦੇ ਨਾਲ ਅਸੀਂ ਇਸ ਸੰਸਾਰ ਨੂੰ ਪਾਰ ਕਰ ਸਕਦੇ ਹਾਂ। ਤੇ ਦੂਸਰਾ ਸਵਾਲ ਹੈ ਤ੍ਰੈ ਸਤ। ਤ੍ਰੈ ਸਤ ਦਾ ਅਰਥ ਹੈ 10, ਅੰਗੁਲ ਦਾ ਅਰਥ ਹੈ ਉਂਗਲਾਂ। ਦੂਜਾ ਸਵਾਲ ਹੈ ਕਿ ਜਦੋਂ ਅਸੀਂ ਸਵਾਸ ਲੈਂਦੇ ਹਾਂ, ਇਹ ਸਵਾਸ ਸਾਡੀਆਂ ਨਾਸਕਾਂ ਤੋਂ 10 ਉਂਗਲਾਂ ਦੀ ਦੂਰੀ ਤੇ ਜਾ ਕੇ ਖਤਮ ਹੋ ਜਾਂਦਾ ਹੈ, ਹਵਾ ਦੇ ਵਿੱਚ ਵਿਲੈ ਹੋ ਜਾਂਦਾ ਹੈ ਤੇ ਦੁਬਾਰਾ ਫਿਰ ਸਾਡੇ ਸਰੀਰ ਦੇ ਵਿੱਚ ਆ ਜਾਂਦਾ ਹੈ। ਇਹ ਕਿਹੜੇ ਆਸਰੇ ਦੇ ਨਾਲ ਆਉਂਦਾ ਹੈ? ਜੇ ਸਵਾਲ ਦੀ ਸਮਝ ਆ ਜਾਏਗੀ ਤੇ ਫਿਰ ਉੱਤਰ ਦੀ ਸਮਝ ਆਏਗੀ। ਜਿਵੇਂ ਪਿੱਛੇ ਸਵਾਲ ਬੜੇ ਕੰਪਲੀਕੇਟਡ ਆਏ ਸਨ, ਬੜੇ ਮਹਿੰਗੇ ਔਖੇ ਸਵਾਲ ਆ ਗਏ ਸਨ, ਸੁਣਨ ਨੂੰ ਸਮਝਣਾ ਤੇ ਸਮਝਾਉਣਾ ਬੜਾ ਔਖਾ ਸੀ। ਜਿਹਨੂੰ ਅਨੁਭਵ ਦੇ ਨਾਲ ਜਾਣਿਆ ਜਾਏ ਨਾ, ਉਹਨੂੰ ਜ਼ੁਬਾਨ ਦੇ ਨਾਲ ਨਹੀਂ ਦੱਸਿਆ ਜਾ ਸਕਦਾ। ਕੁਝ ਇਸ ਤਰ੍ਹਾਂ ਦੇ ਗਿਆਨ ਨੇ, ਉਹਨਾਂ ਨੂੰ ਕੇਵਲ ਅਨੁਭਵ ਦੇ ਨਾਲ ਹੀ ਮਾਣਿਆ ਜਾਂਦਾ ਹੈ, ਅਨੁਭਵ ਦੇ ਨਾਲ ਹੀ ਜਾਣਿਆ ਜਾਂਦਾ ਹੈ, ਦੂਜੇ ਨੂੰ ਨਹੀਂ ਦੱਸਿਆ ਜਾ ਸਕਦਾ। ਹੁਣ ਇੱਥੇ ਇਹ ਸਵਾਲ ਹੈ ਕਿ ਸਾਡੇ ਸਰੀਰ ਦੇ ਵਿੱਚ ਅਣਹਦ ਧੁਨ ਕਿੱਥੇ ਵੱਜ ਰਹੀ ਹੈ। ਤੇ ਦੂਜਾ ਸਵਾਲ ਹੈ ਸਾਡੇ ਅੰਦਰੋਂ ਸਵਾਸ ਬਾਹਰ ਨਿਕਲਦੇ ਨੇ, ਇਹ ਨਾਸਕਾਂ ਤੋਂ 10 ਉਂਗਲਾਂ ਤੱਕ ਚਲੇ ਜਾਂਦੇ ਨੇ ਤੇ ਦੁਬਾਰਾ ਫਿਰ ਇਹ ਅੰਦਰ ਸਰੀਰ ਦੇ ਆ ਜਾਂਦੇ ਨੇ, ਪ੍ਰਵੇਸ਼ ਕਰਦੇ ਨੇ। ਇਹ ਕਿਹੜੇ ਆਸਰੇ ਦੇ ਨਾਲ ਇਹ ਕਿਰਿਆ ਚੱਲ ਰਹੀ ਹੈ ਜੀ? ਬੋਲੇ ਖੇਲਾ ਅਸਥਿਰ ਹੋਵੇ ਕਿਉ ਕਰ ਲਖ ਲਖਾਏ। ਬੋਲੇ ਦਾ ਅਰਥ ਹੈ ਮਨ ਬੋਲਦਾ ਹੈ। ਇੱਥੇ ਜ਼ਬਾਨ ਦੇ ਬੋਲਣ ਦੀ ਗੱਲ ਨਹੀਂ, ਮਨ ਬੋਲਦਾ ਹੈ। ਖੇਲੇ ਤੇ ਮਨ ਖੇਡਦਾ ਵੀ ਫਿਰਦਾ ਹੈ, ਮਨ ਬੋਲਦਾ ਵੀ ਹੈ ਤੇ ਮਨ ਖੇਡਦਾ ਵੀ ਹੈ। ਅਸਥਿਰ ਹੋਵੇ, ਇਹ ਰੁਕੇ ਕਿਵੇਂ? ਜਿਹੜਾ ਮਨ ਬੋਲਦਾ ਵੀ ਹੈ ਤੇ ਖੇਡਦਾ ਵੀ ਹੈ, ਮਨ ਦੇ ਵਿੱਚ ਕੁਝ ਨਾ ਕੁਝ ਚੱਲੀ ਜਾਂਦਾ ਹੈ, ਇਹ ਮਨ ਦਾ ਬੋਲਣਾ ਹੈ। ਤੇ ਮਨ ਨਾ ਜਵਾਕਾਂ ਦੀ ਤਰ੍ਹਾਂ ਮੰਜੇ ਤੇ ਪਿਆ ਪਿਆ ਹੀ ਪਤਾ ਨਹੀਂ ਕੀ ਕੁਝ ਬਣਾ ਦਿੰਦਾ। ਜਿਵੇਂ ਜਵਾਕ ਖੇਡ ਦੇ ਵਿੱਚ ਟਰੈਕਟਰ ਵੀ ਬਣਾ ਲੈਂਦੇ ਨੇ, ਜ਼ਮੀਨ ਵੀ ਬਣਾ ਲੈਂਦੇ ਤੇ ਇੱਕ ਡੱਕਾ ਜਿਹਾ ਕੱਢ ਕੇ ਤੇ ਬੋਰ ਵੀ ਕਰ ਲੈਂਦੇ ਨੇ। ਖੇਡ ਦੇ ਵਿੱਚ ਬੜਾ ਕੁਝ ਜਵਾਕ ਜਿਹੜਾ ਉਹ ਕਰ ਜਾਂਦੇ ਨੇ। ਅਸਥਿਰ ਹੋਵੇ, ਇਸੇ ਤਰ੍ਹਾਂ ਮਨ ਵੀ ਬਹੁਤ ਕੁਝ ਪਿਆ ਜਿਹੜਾ ਨਾ ਇਹ ਕਰ ਜਾਂਦਾ ਹੈ। ਇਹ ਕਿਵੇਂ ਰੁਕੇ? ਕਿਉਂ ਕਰ ਅਲਖ ਲਖਾਏ, ਕਿਵੇਂ ਇਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਵੇ ਜੀ। ਸੁਣ ਸੁਆਮੀ ਸਤਿ ਨਾਨਕ ਪ੍ਰਣਵੈ ਆਪਣਾ ਮਨ ਸਮਝਾਏ। ਸੁਣ ਸੁਆਮੀ ਸਚ ਨਾਨਕ ਪ੍ਰਣਵੈ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਜੀਓ, ਅਸੀਂ ਆਪ ਜੀ ਦੇ ਅੱਗੇ ਇਹ ਸਵਾਲ ਕੀਤੇ ਨੇ ਤੇ ਤੁਸੀਂ ਸੁਆਮੀ ਬਣ ਕੇ ਸੁਣਨਾ ਕਰੋ। ਜਦੋਂ ਆਪਾਂ ਕਿਸੇ ਦੇ ਅੱਗੇ ਸਵਾਲ ਕਰਦੇ ਹਾਂ ਨਾ, ਉਹਨੂੰ ਫਿਰ ਅਸੀਂ ਜਾਂ ਮਾਸਟਰ ਸਮਝਦੇ ਹਾਂ ਤੇ ਜਾਂ ਆਪ ਤੋਂ ਜ਼ਿਆਦਾ ਸਿਆਣਾ ਸਮਝਦੇ ਹਾਂ, ਫਿਰ ਹੀ ਉਹਦੇ ਤੋਂ ਸਵਾਲ ਕੀਤੇ ਜਾਂਦੇ ਨੇ। ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ। ਤੁਸੀਂ ਇਹ ਸਾਰੇ ਸਵਾਲਾਂ ਦੇ ਜਵਾਬ ਦਿਓ ਜਿਸ ਦੇ ਨਾਲ ਸਾਡੇ ਮਨ ਨੂੰ ਸਮਝ ਆ ਜਾਵੇ ਜੀ। ਗੁਰਮੁਖ ਸਬਦੇ ਸਤ ਲਿਵ ਲਾਗੈ ਕਰ ਨਗਰੀ ਮੇਲ ਮਿਲਾਏ। ਇਹਨਾਂ ਦਾ ਪਹਿਲਾ ਸਵਾਲ ਸੀ ਵੀ ਉਹ ਸ਼ਬਦ ਸਾਡੇ ਅੰਦਰ ਕਿੱਥੇ ਵੱਜਦਾ ਹੈ ਜਿਹਦੇ ਨਾਲ ਅਸੀਂ ਸੰਸਾਰ ਦੇ ਵਿੱਚੋਂ ਪਾਰ ਹੋ ਜਾਈਏ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰ ਸ਼ਬਦੇ ਸੱਚ ਲਿਵ ਲਾਗੈ। ਜਿਨ੍ਹਾਂ ਦੇ ਅੰਦਰ ਸੱਚੇ ਸਤਿਗੁਰ ਦੀ ਲਿਵ ਲੱਗ ਗਈ ਹੈ ਤੇ ਗੁਰੂ ਦੇ ਸ਼ਬਦ ਕਰਕੇ ਉਹ ਪ੍ਰੀਤ ਲੱਗ ਗਈ ਹੈ। ਨਦਰੀ ਨਦਰ ਮੇਲ ਮਿਲਾਏ, ਉਹ ਫਿਰ ਕਰ ਨਦਰੀ ਮੇਲ ਮਿਲਾਏ। ਉਹ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਉਹਨਾਂ ਨੂੰ ਮੇਲ ਮਿਲਾ ਲੈਂਦਾ ਤੇ ਸਮਝ ਆ ਜਾਂਦੀ ਹੈ। ਉਹ ਪ੍ਰਭੂ ਪਰਮਾਤਮਾ ਆਪ ਹੀ ਕਿਰਪਾ ਕਰਦਾ ਤੇ ਫਿਰ ਆਪਣੇ ਵਿੱਚ ਮੇਲ ਲੈਂਦਾ ਹੈ। ਹੁਣ ਤੁਸੀਂ ਆਖੋਗੇ ਗੁਰੂ ਨਾਨਕ ਦੇਵ ਜੀ ਨੇ ਸ਼ਾਇਦ ਸਵਾਲ ਦਾ ਜਵਾਬ ਨਹੀਂ ਦਿੱਤਾ। ਸਿੱਧਾ ਨੇ ਪੁੱਛਿਆ ਸੀ ਸਾਡੇ ਸਰੀਰ ਦੇ ਵਿੱਚੋਂ ਇਹ ਆਵਾਜ਼ ਅਨੰਦ ਕਿੱਥੋਂ ਆਉਂਦੀ ਹੈ? ਆਪ ਜੀ ਨੂੰ ਸਮਝਾਉਣ ਦੇ ਲਈ ਮੈਂ ਸਵਾਲ ਕਰਦਾ। ਆਪਾਂ ਘੜਿਆਲ ਖੜਕਾਉਂਦੇ ਹਾਂ ਤੇ ਘੜਿਆਲ ਦੇ ਵਿੱਚੋਂ ਕਿਹੜੀ ਥਾਂ ਤੋਂ ਆਵਾਜ਼ ਨਿਕਲਦੀ ਹੈ? ਸਾਰੀ ਘੜਿਆਲ ਦੇ ਵਿੱਚੋਂ ਆਵਾਜ਼ ਆਉਂਦੀ, ਕੋਈ ਇੱਕ ਥਾਂ ਤੋਂ ਥੋੜੀ ਹੁੰਦੀ। ਜਿੱਥੇ ਮਰਜ਼ੀ ਚੋਟ ਮਾਰਦੇ ਹੋ ਉਹ ਘੜਿਆਲ ਦੇ ਵਿੱਚੋਂ ਆਵਾਜ਼ ਸਾਰੀ ਘੜਿਆਲ ਦੇ ਵਿੱਚੋਂ ਨਿਕਲੇਗੀ। ਜਦੋਂ ਆਪਾਂ ਮਹਾਰਾਜ ਦਾ ਸਰੂਪ ਲੈ ਕੇ ਜਾਂਦੇ ਹਾਂ
ਤੇ ਘੜਿਆਲ ਖੜਕਾਉਂਦੇ ਆ। ਉਹ ਘੜਿਆਲ ਤੇ ਜਦੋਂ ਚੋਟ ਵੱਜਦੀ ਹੈ ਤੇ ਕੋਈ ਖਾਸ ਥਾਂ ਨਹੀਂ ਵੀ ਇੱਥੋਂ ਹੀ ਆਵਾਜ਼ ਨਿਕਲਦੀ ਹੈ, ਹੋਰ ਕਿਤੋਂ ਨਹੀਂ। ਉਹ ਜਿਤਨਾ ਵੀ ਘੜਿਆਲ ਦਾ ਆਕਾਰ ਬਣਿਆ ਉਹ ਸਾਰੇ ਦੇ ਵਿੱਚੋਂ ਆਵਾਜ਼ ਨਿਕਲਦੀ ਹੈ। ਤੇ ਧੰਨ ਗੁਰਬਾਣੀ ਦੇ ਅੰਦਰ ਜੋ ਸ਼ਬਦ ਆਉਂਦਾ ਨਾ, ਗੁਰਮੁਖ ਰੋਮ ਰੋਮ ਹਰਿ ਧਿਆਏ। ਰੋਮ ਰੋਮ ਸਰੀਰ ਦੇ ਸਾਰੇ ਹੀ ਰੋਮ ਹੋ ਗਏ, ਅੰਗ ਛੱਡ ਰੋਮ, ਬਿਲਕੁਲ ਬਰੀਕ ਮੋਰੀਆਂ ਜੋ ਵਾਲ ਨੇ ਸਾਡੇ, ਇਹਨਾਂ ਨੂੰ ਆਖਿਆ ਗਿਆ ਹੈ। ਹੁਣ ਸਾਰੇ ਸਰੀਰ ਦੇ ਵਿੱਚੋਂ ਹੀ ਉਹ ਅਣਹਦ ਧੁਨ ਨਿਕਲਦੀ, ਕੋਈ ਇੱਕ ਥਾਂ ਤੋਂ ਨਹੀਂ ਨਿਕਲਦੀ ਹੈਗੀ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰਮੁਖ ਸ਼ਬਦੇ ਸੱਚ ਲਿਵ ਲਾਗੈ। ਪਹਿਲੂ ਤਾਂ ਗੁਰਮੁਖ ਤਾਈ ਵਾਲਾ ਜੀਵਨ ਹੋਣਾ ਚਾਹੀਦਾ, ਗੁਰਮੁਖ ਹੋਣਾ ਚਾਹੀਦਾ ਹੈ। ਗੁਰਮੁਖ ਕੌਣ ਹੈ? ਜਿਹਨੂੰ ਪ੍ਰਭੂ ਪਰਮਾਤਮਾ ਦੇ ਪ੍ਰਾਪਤ ਕਰਨ ਦੀ ਤਾਂਘ ਹੈ ਤੇ ਉਸ ਪਰਮਾਤਮਾ ਦੀ ਪ੍ਰਾਪਤੀ ਵਾਲੇ ਜਿਹੜੇ ਸਾਧਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸੇ ਨੇ, ਸਤ ਸੰਗ ਕਰਨੀ, ਨਾਮ ਦਾ ਅਭਿਆਸ ਕਰਨਾ, ਸੇਵਾ ਕਰਨੀ, ਇਹਨਾਂ ਨੂੰ ਅਸੀਂ ਪ੍ਰੇਮ ਨਾਲ ਕਰਦੇ ਹਾਂ ਤੇ ਫਿਰ ਗੁਰਮੁਖ ਹਾਂ। ਸ਼ਬਦੇ ਸੱਚ ਲਿਵ ਲਾਗੇ, ਤੇ ਫਿਰ ਗੁਰੂ ਦੁਆਰਾ ਦਿੱਤੇ ਹੋਏ ਵਾਹਿਗੁਰੂ ਸ਼ਬਦ ਦੇ ਨਾਲ, ਸੱਚੇ ਸਤਿਗੁਰ ਦੇ ਨਾਲ ਸਾਡਾ ਪ੍ਰੇਮ ਬਣ ਜਾਵੇ। ਜਦੋਂ ਉਹਦੇ ਨਾਲ ਪ੍ਰੇਮ ਬਣ ਜਾਏਗਾ ਨਾ, ਕਰ ਨਦਰੀ ਮੇਲ ਮਿਲਾਏ, ਫਿਰ ਉਹ ਆਪਣੀ ਦਇਆ ਦ੍ਰਿਸ਼ਟੀ ਦੇ ਨਾਲ ਹੀ ਸਾਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਜਦੋਂ ਆਪਣੇ ਵਿੱਚ ਅਭੇਦ ਕਰ ਲੈਂਦਾ ਤੇ ਫਿਰ ਸਰੀਰ ਦੇ ਰੋਮ ਰੋਮ ਦੇ ਵਿੱਚੋਂ ਅਣਹਦ ਧੁਨ ਸੁਣਾਈ ਦਿੰਦੀ ਹੈ ਜੀ। ਆਪੇ ਦਾਨਾ ਆਪੇ ਬਿਨਾ ਪੂਰਾ ਭਾਗ ਸਮਾਏ। ਆਪੇ ਦਾਨਾ ਆਪੇ ਬੀਨਾ ਤੋਂ ਭਾਵ ਇਹ ਹੈ ਕਿ ਉਹ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ, ਉਹਨੂੰ ਦੱਸਣਾ ਨਹੀਂ ਪੈਂਦਾ ਵੀ ਮੈਂ ਤੈਨੂੰ ਪਿਆਰ ਕਰਦਾ ਤੇ ਤੂੰ ਹੁਣ ਮੇਰੇ ਤੇ ਨਜ਼ਰ ਕਰ। ਇਹ ਗੱਲ ਉਹਨੂੰ ਦੱਸਣੀ ਨਹੀਂ ਪੈਂਦੀ, ਉਹ ਆਪ ਹੀ ਸਿਆਣਾ ਹੈ, ਉਹਨੂੰ ਸਾਰੀ ਸਮਝ ਹੈ ਵੀ ਕਿਹੜਾ ਉਹਨੂੰ ਪਿਆਰ ਕਰਦਾ ਤੇ ਕਿਹੜਾ ਨਹੀਂ ਕਰਦਾ। ਤੇ ਬੀਨਾ ਦਾ ਅਰਥ ਹੈ ਜ਼ਬਾਨ ਦੇ ਨਾਲ ਬੋਲ ਕੇ ਦੱਸਣ ਦੀ ਲੋੜ ਨਹੀਂ, ਉਹ ਅੰਤਰ ਆਤਮਾ ਦੇ ਨਾਲ ਹੀ ਸਾਰਾ ਕੁਝ ਜਾਣਦਾ ਹੈ। ਆਪੇ ਦਾਨਾ ਆਪੇ ਬੀਨਾ, ਦਾਨਾ ਕਹਿੰਦੇ ਨੇ ਸਿਆਣੇ ਨੂੰ ਤੇ ਬੀਨਾ ਕਹਿੰਦੇ ਨੇ ਸਾਡੀਆਂ ਗੁਪਤ ਅੰਦਰ ਦੀਆਂ ਹਾਲਾਤਾਂ ਨੂੰ ਜਾਣਨ ਵਾਲਾ। ਪੂਰੇ ਭਾਗ ਸਮਾਏ, ਉਹ ਪ੍ਰਭੂ ਪਰਮਾਤਮਾ ਇਤਨਾ ਸਿਆਣਾ ਹੈ ਤੇ ਇਤਨੀ ਅੰਤਰਆਤਮਾ ਵਾਲਾ ਹੈ ਕਿ ਉਹਨੂੰ ਦੱਸਣਾ ਨਹੀਂ ਕੁਝ ਵੀ ਪੈਂਦਾ। ਉਹ ਆਪ ਹੀ ਕਿਰਪਾ ਕਰਦਾ, ਸਾਡੇ ਅੰਦਰੋਂ ਆਪ ਵੇਖ ਲੈਂਦਾ ਵੀ ਇਹਨੂੰ ਹੁਣ ਸੱਚੀ ਪ੍ਰੀਤ ਹੈ ਜਿਹੜੀ ਮੇਰੇ ਨਾਲ ਲੱਗ ਗਈ ਹੈ। ਪੂਰੇ ਭਾਗ ਸਮਾਏ ਤੇ ਫਿਰ ਉਹ ਗੁਰਮੁਖ ਪਿਆਰਾ ਪੂਰੇ ਭਾਗਾਂ ਵਾਲਾ ਹੋ ਜਾਂਦਾ ਹੈ, ਪ੍ਰਭੂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ ਜੀ। ਸੋ ਸ਼ਬਦ ਕਉ ਨਿਰੰਤਰ ਵਾਸ ਅਲਖੰ, ਜਹ ਦੇਖਾ ਤਹ ਸੋਈ। ਧੰਨ ਗੁਰੂ ਮਹਾਰਾਜ ਜੀ ਨੇ ਉਸੇ ਸਵਾਲ ਨੂੰ ਇੱਕ ਵਾਰੀ ਹੋਰ ਜਵਾਬ ਦੇ ਰੂਪ ਦੇ ਵਿੱਚ ਇੱਥੇ ਦਰਜ ਕੀਤਾ। ਸਵਾਲ ਸੀ, ਸੋ ਸ਼ਬਦ ਕਾ ਕਹਾ ਵਾਸ ਕਥੀਲੇ। ਅਣਹਦ ਸ਼ਬਦ ਸਾਡੇ ਸਰੀਰ ਦੇ ਵਿੱਚ ਕਿੱਥੇ ਵੱਜ ਰਿਹਾ ਹੈ? ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ, ਉਹ ਪ੍ਰਭੂ ਪਰਮਾਤਮਾ ਜੋ ਅਲਖੰ ਗੇਨਾ ਲਖਣ ਤੋਂ ਰਹਿਤ ਹੈ, ਉਸ ਦਾ ਜਿਹੜਾ ਅਣਹਦ ਸ਼ਬਦ ਹੈ ਉਹ ਇੱਕ ਰਸ, ਉਹਦਾ ਇੱਕ ਰਸ ਵਾਸਾ ਹੈ। ਇਹ ਨਹੀਂ ਵੀ ਮੇਰੇ ਸਰੀਰ ਦੇ ਇੱਕ ਅੰਗ ਵਿੱਚ ਹੈਗਾ ਤੇ ਦੂਜੇ ਅੰਗ ਵਿੱਚ ਨਹੀਂ, ਸਾਰੇ ਸਰੀਰ ਦੇ ਰੋਮ ਰੋਮ ਦੇ ਵਿੱਚ। ਜਿਵੇਂ ਮੇਰੇ ਸਾਰੇ ਸਰੀਰ ਦੇ ਰੋਮ ਰੋਮ ਦੇ ਵਿੱਚ, ਐਵੇਂ ਹੀ ਦੂਜਿਆਂ ਦੇ ਸਾਰੇ ਸਰੀਰਾਂ ਦੇ ਰੋਮ ਰੋਮ ਦੇ ਵਿੱਚ। ਬਸ ਸੁਣਨ ਵਾਲੀ ਜਿਹੜੀ ਹੈ ਨਾ, ਉਹ ਸਮਰੱਥਾ ਪ੍ਰਾਪਤ ਕਰਨੀ ਪੈਣੀ ਹੈ। ਸੁਣਨ ਵਾਲੀ ਸਮਝਣ ਵਾਲੀ ਜਿਹੜੀ ਸਮਰੱਥਾ ਹੈ ਨਾ, ਉਹ ਪ੍ਰਾਪਤ ਕਰਨੀ ਪੈਣੀ ਹੈ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕੱਲਾ ਤੁਹਾਡੇ ਅੰਦਰ ਨਹੀਂ ਤੇ ਨਾ ਹੀ ਕੱਲਾ ਮੇਰੇ ਅੰਦਰ ਹੈ। ਜੇ ਮੈਂ ਕਹਿਤਾ ਨਾ ਵੀ ਰੋਮ ਰੋਮ ਦੇ ਵਿੱਚ, ਤਾਂ ਮੇਰੇ ਕੱਲੇ ਦੇ ਰੋਮ ਰੋਮ ਦੇ ਵਿੱਚ ਨਹੀਂ, ਉਹ ਹਵਾ ਵਿੱਚ ਵੀ ਹੈ, ਪਾਣੀ ਵਿੱਚ ਵੀ ਹੈ। ਭਾਵ ਜਰੇ ਜਰੇ ਦੇ ਵਿੱਚ ਇੱਕ ਰਸ ਵੱਜ ਰਿਹਾ ਹੈ। ਜਹ ਦੇਖਾ ਤੈ ਸੋਈ, ਭਾਵ ਉਸ ਸ਼ਬਦ ਨੂੰ ਜਿੱਧਰ ਵੀ ਅਸੀਂ ਵੇਖਦੇ ਹਾਂ ਉਧਰ ਹੀ ਉਸ ਦੀ ਧੁਨ ਸੁਣਾਈ ਦਿੰਦੀ ਹੈ ਜੀ। ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਹਰਿ ਸੋਈ। ਤੇ ਫਿਰ ਇਹਨਾਂ ਨੇ ਸਵਾਲ ਕੀਤਾ ਹੈ, ਤ੍ਰੈ ਸਤ ਅੰਕਲ ਵਾਈ ਕਹੀਏ। ਇਹ 10 ਕੁ ਉਂਗਲਾਂ ਤੇ ਜਾ ਕੇ ਸਾਡੇ ਅੰਦਰੋਂ ਨਿਕਲੀ ਹੋਈ ਹਵਾ ਜਿਹੜੀ ਇਹ ਬਾਹਰ ਦੀ ਹਵਾ ਦੇ ਵਿੱਚ ਮਿਲ ਜਾਂਦੀ ਏ, ਇਹ ਕਿਸ ਦੇ ਆਸਰੇ ਤੇ ਹੈ? ਕਿਹੜੇ ਆਸਰੇ ਦੇ ਨਾਲ ਦੁਬਾਰਾ ਫਿਰ ਸਾਡੇ ਅੰਦਰ ਆ ਜਾਂਦੀ? ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਧਰਿ ਸੋਈ। ਉਸ ਪ੍ਰਭੂ ਪਰਮਾਤਮਾ ਨੇ ਨਾ ਇੱਕ ਕਲਾ ਦੇ ਨਾਲ, ਯੋਗ ਕਲਾ ਦੇ ਨਾਲ ਇਸ ਨੂੰ ਸਾਡੇ ਅੰਦਰ ਧਾਰਨ ਕੀਤਾ ਹੋਇਆ ਹੈ, ਜਿਸ ਨੂੰ ਅਸੀਂ ਧੁਨ ਆਖਦੇ ਹਾਂ। ਇੱਥੋਂ ਧੁਨ ਤੋਂ ਹੀ ਧੁਨ ਪ੍ਰਾਪਤ ਹੁੰਦੀ ਹੈ। ਇੱਥੇ ਹੀ ਜਿਹੜੇ ਪ੍ਰਾਣ ਨੇ ਉਹ ਵਸੇ ਹੋਏ ਨੇ। ਪਵਨ ਕਾ ਵਾਸਾ ਸੁਨ ਨਿਵਾਸਾ,
ਉਸ ਪ੍ਰਭੂ ਪਰਮਾਤਮਾ ਨੇ ਸਾਡੇ ਅੰਦਰ ਹਵਾ ਹੈ ਜਿਹੜੀ ਉਹਨੂੰ ਰੱਖਿਆ ਹੋਇਆ ਹੈ। ਸਾਡੇ ਅੰਦਰ ਹਵਾ ਦਾ ਵਾਸਾ ਕੀਤਾ ਹੋਇਆ ਹੈ। ਉਹ ਅੰਦਰਲੀ ਹਵਾ ਹੈ ਜਿਹੜੀ ਉਹ ਬਾਹਰਲੀ ਹਵਾ ਨੂੰ ਖਿੱਚਦੀ ਹੈ, ਫਿਰ ਸਾਡੇ ਅੰਦਰ ਬਾਹਰੋਂ ਹਵਾ ਆ ਜਾਂਦੀ ਹੈ। ਮੇਰੇ ਕੋਲ ਗੱਲ ਸਮਝ ਨਹੀਂ ਆਈ, ਇੱਕ ਵਾਰੀ ਮੈਂ ਹੋਰ ਸਮਝਾਵਾਂਗਾ। ਉਸ ਪ੍ਰਭੂ ਪਰਮਾਤਮਾ ਨੇ ਇੱਕ ਕਲਾ ਵਰਤਾਈ ਹੋਈ ਹੈ। ਉਸ ਕਲਾ ਦੇ ਨਾਲ ਉਸ ਵਾਹਿਗੁਰੂ ਨੇ ਸਾਡੇ ਅੰਦਰ ਹਵਾ ਨੂੰ ਰੱਖਿਆ ਹੋਇਆ ਹੈ। ਸਾਡੇ ਅੰਦਰ ਹਵਾ ਦਾ ਵਾਸਾ ਜਿਹਨੂੰ ਅਸੀਂ ਪ੍ਰਾਣ ਕਹਿੰਦੇ ਆ। ਇਹ ਪ੍ਰਾਣ ਨੇ ਜਿਹੜੇ ਪ੍ਰਾਣਾਂ ਦੇ ਜ਼ੋਰ ਦੇ ਨਾਲ ਫਿਰ ਬਾਹਰ ਦੀ ਹਵਾ ਹੈ ਜਿਹੜੀ ਉਹ ਅੰਦਰ ਆ ਜਾਂਦੀ ਹੈ ਜੀ। ਨਦਰ ਕਰੇ ਸ਼ਬਦ ਘਟ ਮਹਿ ਵਿੱਚੋਂ ਭਰਮ ਗਵਾਏ। ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਨਾ ਤੇ ਸੱਚੇ ਸਤਿਗੁਰੂ ਦਾ ਸ਼ਬਦ ਹੈ ਜਿਹੜਾ ਇਹ ਸਾਡੇ ਸਰੀਰ ਦੇ ਵਿੱਚ ਵਸ ਜਾਵੇ ਤੇ ਸਾਡੇ ਅੰਦਰੋਂ ਸਾਰੇ ਪ੍ਰਕਾਰ ਦੇ ਜਿਹੜੇ ਵਹਿਮ ਭਰਮ ਨੇ ਇਹ ਦੂਰ ਹੋ ਜਾਂਦੇ ਹਨ। ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ। ਜਦੋਂ ਅਸੀਂ ਨਾਮ ਨੂੰ ਮਨ ਦੇ ਵਿੱਚ ਵਸਾ ਲੈਂਦੇ ਆ, ਸਾਡੇ ਮਨ ਦੇ ਵਿੱਚ ਨਾਮ ਦਾ ਵਾਸਾ ਹੋ ਜਾਵੇ ਤੇ ਫਿਰ ਤਨ ਮਨ ਨਿਰਮਲ, ਸਰੀਰ ਵੀ ਤੇ ਮਨ ਵੀ ਇਹ ਦੋਵੇਂ ਪਵਿੱਤਰ ਹੋ ਜਾਂਦੇ। ਨਿਰਮਲ ਬਾਣੀ ਫਿਰ ਇਹ ਅਣਹਦ ਧੁਨ ਨੇ ਨਾ ਜਿਹੜੀ ਪਵਿੱਤਰ, ਇਹਦੀ ਸਾਨੂੰ ਸਮਝ ਫਿਰ ਆਉਂਦੀ ਹੈ ਜੀ। ਪਵ ਸ਼ਬਦ ਗੁਰੂ ਪਵ ਸਾਗਰ ਕਰੀਐ ਇਕ ਉਤ ਇਕ ਜਾਣੈ। ਇਹਨਾਂ ਦਾ ਫਿਰ ਇਹ ਸਵਾਲ ਵੀ ਸੀਗਾ ਵੀ ਇਹ ਸੰਸਾਰ ਦੇ ਉੱਤੋਂ ਕਿਵੇਂ ਪਾਰ ਹੋਈਏ। ਸੋ ਸ਼ਬਦ ਕਾ ਵਾਸਕਤ ਲਈ ਜਿਤ ਤਰੀਏ ਭਉਜਲ ਸੰਸਾਰੋ, ਜਿੰਦੇ ਨਾਲ ਇਹ ਸੰਸਾਰ ਨੂੰ ਅਸੀਂ ਤਰ ਜਾਈਏ। ਤੁਸੀਂ ਕਿਰਪਾ ਕਰੋ ਦੱਸੋ। ਸ਼ਬਦ ਗੁਰੂ ਕਾ ਭਵ ਸਾਗਰ ਤਰੀਏ, ਗੁਰੂ ਦੇ ਉਪਦੇਸ਼ ਦੇ ਨਾਲ ਇਸ ਸੰਸਾਰ ਤੋਂ ਪਾਰ ਹੋ ਜਾਈਦਾ ਹੈ। ਇਹ ਤੁਤ ਇੱਕੋ ਜਾਣੇ, ਲੋਕ ਪਰਲੋਕ ਦੇ ਵਿੱਚ ਇੱਕੋ ਹੀ ਸਾਡੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਗਿਆਨ ਵਾਲਾ ਹੋ ਜਾਵੇ ਜੀ। ਉਹ ਪ੍ਰਭੂ ਪਰਮਾਤਮਾ ਜਿਹੜਾ ਉਹਦਾ ਕੋਈ ਚਿਹਨ ਨਹੀਂ, ਚਿਹਨ ਕਹਿੰਦੇ ਨੇ ਨਿਸ਼ਾਨੀ ਨੂੰ, ਚਿੰਨ੍ਹ ਨੂੰ। ਜਿਵੇਂ ਮਨੁੱਖ ਦੇ ਨਿਸ਼ਾਨੀਆਂ ਨੇ ਤੇ ਪਸ਼ੂ ਦੇ ਨਿਸ਼ਾਨੀਆਂ ਨੇ, ਪਸ਼ੀਆਂ ਦੇ ਨਿਸ਼ਾਨੀਆਂ ਨੇ। ਪਸ਼ੂ ਦੇ ਪੂਛ ਹੁੰਦੀ ਹੈ, ਸਿੰਘ ਹੁੰਦੇ, ਅਸੀਂ ਕਹਿ ਦਿੰਦੇ ਹਾਂ ਪਸ਼ੂ ਹੈ। 4 ਪੈਰ ਹੋਣਗੇ, ਪੂਛ ਹੋਏਗੀ। 4 ਪੈਰਾਂ ਨਾਲ ਤੁਰਨ ਵਾਲਾ ਅਸੀਂ ਕਹਿ ਦਿਆਂਗੇ ਪਸ਼ੂ ਹੈ। ਫਰ ਹੋਣਗੇ, ਖੰਭ ਹੋਣਗੇ, ਅਸੀਂ ਕਹਿ ਦਿਆਂਗੇ ਪੰਛੀ। ਇਹ ਨਿਸ਼ਾਨੀਆਂ ਨੇ। 2 ਪੈਰਾਂ ਤੇ ਤੁਰਨ ਵਾਲਾ ਹੋਵੇ, ਸਾਡੇ ਵਰਗਾ ਹੋਵੇ ਤੇ ਅਸੀਂ ਕਹਿ ਦਿਆਂਗੇ ਮਨੁੱਖ। ਇਹ ਚਿਹਨ ਨੇ, ਇਹਨਾਂ ਚਿਹਨਾਂ ਤੋਂ ਸਾਨੂੰ ਪਛਾਣ ਹੁੰਦੀ ਹੈ। ਵਰਨ ਇਹ ਰੰਗ ਨੂੰ ਆਖਦੇ ਨੇ। ਇਸੇ ਤਰ੍ਹਾਂ ਰੰਗਾਂ ਤੋਂ ਪਛਾਣ ਹੁੰਦੀ ਹੈ, ਗੋਰਾ ਹੈ, ਕਾਲਾ ਹੈ, ਚਿੱਟਾ ਹੈ, ਭੂਰਾ ਹੈ। ਚਿਹਨ ਵਰਨੀ ਛਾਇਆ ਮਾਇਆ। ਉਸ ਪ੍ਰਭੂ ਪਰਮਾਤਮਾ ਦਾ ਨਾ ਤਾਂ ਕੋਈ ਇਸ ਤਰ੍ਹਾਂ ਦਾ ਚਿਹਨ ਹੈ ਤੇ ਨਾ ਕੋਈ ਇਸ ਤਰ੍ਹਾਂ ਦਾ ਰੰਗ ਰੂਪ ਹੈ ਤੇ ਨਾ ਹੀ ਕੋਈ ਉਸ ਦੀ ਛਾਇਆ ਮਾਇਆ। ਮਾਇਆ ਜਿਹੜੀ ਹੈ ਨਾ, ਇਸ ਦੀ ਉੱਥੇ ਛਾਇਆ ਵੀ ਨਹੀਂ ਪੈਂਦੀ। ਨਾਨਕ ਸ਼ਬਦ ਪਛਾਣੇ, ਤੇ ਫਿਰ ਉਹਦੀ ਪਛਾਣ ਕਿਵੇਂ ਆਵੇ? ਜਿਵੇਂ ਪੰਛੀ ਦੀ ਪਛਾਣ ਆ ਗਈ, ਇਹਦੇ ਪਰ ਨੇ। ਪਸ਼ੂ ਦੀ ਪਛਾਣ ਆ ਗਈ, ਇਹਦੇ ਪੂਛ ਤੇ ਸਿੰਗ ਲੱਗੇ ਨੇ। ਬੰਦੇ ਦੀ ਪਛਾਣ ਆ ਗਈ, ਇਹਦੇ ਮੁੱਖ ਤੇ ਦਾੜੀ ਹੋਏਗੀ, 2 ਲੱਤਾਂ ਹੋਣਗੀਆਂ, ਸਿੱਧਾ ਖੜਾ ਤੁਰਨ ਵਾਲਾ ਹੋਏਗਾ। ਉਸ ਪਰਮਾਤਮਾ ਦੀ ਪਛਾਣ ਕਿਵੇਂ ਆਵੇ? ਫਿਰ ਸ਼ਬਦ ਪਛਾਣ ਹੈ। ਉਸ ਪ੍ਰਭੂ ਪਰਮਾਤਮਾ ਦੀ ਜਿਹੜੀ ਪਛਾਣ ਹੈ ਭਾਈ, ਉਹ ਸ਼ਬਦ ਦੇ ਨਾਲ ਆਉਂਦੀ ਹੈ ਜੀ। ਸਤ ਅੰਗਲ ਵਾਈ ਯੋਦੂ ਸੁਨ ਸਚ ਆਹਾਰੋ। ਹੁਣ ਇੱਕ ਹੋਰ ਇੱਥੇ ਪ੍ਰਸੰਗ ਚੱਲ ਪਿਆ। 3 7 ਅੰਗਲ ਵਾਈ। ਵਾਈ ਕਹਿੰਦੇ ਨੇ ਹਵਾ ਨੂੰ, ਜਿਹੜੀ 10 ਉਂਗਲਾਂ ਤੱਕ ਸਾਡੇ ਅੰਦਰੋਂ ਨਿਕਲੀ ਹੋਈ ਹਵਾ ਜਾਂਦੀ ਹੈ ਨਾ। ਸੁਨ ਸੱਚ ਆਹਾਰੋ, ਇਹ ਸੱਚ ਦਾ ਭੋਜਨ ਹੈ। ਉਸ ਪ੍ਰਭੂ ਪਰਮਾਤਮਾ ਨੇ ਨਾ ਇਹ ਜਿਹੜੀ ਖੁਰਾਕ ਹੈ ਇਹ ਸਾਡੇ ਮਨ ਦੀ ਬਣਾਈ ਹੈ। ਸੱਚੇ ਸਤਿਗੁਰ ਨੇ ਨਾ ਇਹ ਖੁਰਾਕ ਹੈ ਜਿਹੜੀ ਹੈ ਸਾਡੇ ਮਨ ਦੀ ਖੁਰਾਕ ਬਣਾਈ ਹੈ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। 3 7 ਅੰਗਲ ਵਾਈ ਉਦੂ ਸੁਨ ਸੱਚ ਆਹਾਰੋ। ਇਹ ਜਿਹੜਾ 10 ਉਂਗਲਾਂ ਤੱਕ ਸਾਡੇ ਅੰਦਰੋਂ ਸਵਾਸ ਬਾਹਰ ਆਉਂਦਾ ਹੈ। ਪਹਿਲੋਂ ਇਹ ਪੁੱਛਿਆ ਗਿਆ ਸੀ ਵਾਪਸ ਕਿਵੇਂ ਆ ਜਾਂਦਾ ਹੈ, ਤੇ ਗੁਰੂ ਮਹਾਰਾਜ ਜੀ ਨੇ ਕਿਹਾ ਸਾਡੇ ਅੰਦਰ ਪ੍ਰਾਣ ਨੇ। ਉਹ ਪ੍ਰਾਣ ਜਦੋਂ ਅੰਦਰੋਂ ਖਿੱਚ ਪਾਉਂਦੇ ਨੇ ਨਾ, ਇਹ ਫਿਰ ਬਾਹਰ ਦੀ ਹਵਾ ਜਿਹੜੀ ਇਹ ਸਾਡੇ ਅੰਦਰ ਆ ਜਾਂਦੀ ਏ। ਤੇ ਹੁਣ ਇਹ ਪੁੱਛਦੇ ਨੇ ਸੁਨ ਸੱਚ ਆਹਾਰੋ। ਆਹਾਰੋ ਦਾ ਅਰਥ ਹੁੰਦਾ ਭੋਜਨ। ਸੁਨ ਸੱਚ ਆਹਾਰੋ, ਇਹਦੇ ਨਾਲ ਇਹ ਜਿਹੜਾ ਸੱਚ ਦਾ ਭੋਜਨ ਹੈ, ਇਹ ਸੱਚ ਦਾ ਭੋਜਨ ਕਿਵੇਂ ਬਣਦਾ ਹੈ ਜੀ? ਗੁਰਮੁਖ ਬੋਲੇ ਤਤ ਬਿਰੋਲੇ ਜੀਨ ਲਖ ਅਪਾਰੋ।
करे ते तत् बरोले ਦਾ ਅਰਥ ਹੁੰਦਾ ਰਿੜਕਣਾ, ਸੱਚੇ ਗਿਆਨ ਨੂੰ ਰਿੜਕਣਾ ਕਰੇ। ਜਿਨੇ ਅਲਖ ਅਪਾਰੋ ਤੇ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੀ ਕਿਰਪਾ ਹੋ ਜਾਵੇ, ਉਸ ਨੂੰ ਜਾਣਨ ਵਾਲਾ ਹੋਵੇ ਜੀ। ਜੈ ਗੁਣ ਮੀਟੈ ਸ਼ਬਦ ਵਸਾਏ, ਕਾਮਨ ਚੁਕੈ ਅਹੰਕਾਰੋ। ਤਿੰਨ ਗੁਣ ਨੇ ਜਿਹੜੇ ਉਹਨਾਂ ਨੂੰ ਮੇਟ ਦੇਵੇ, ਸੱਚੇ ਸਤਿਗੁਰ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਲਵੇ। ਮਨ ਚੁੱਕੇ ਅਹੰਕਾਰੋ, ਤੇ ਮਨ ਦੇ ਅੰਦਰੋਂ ਜਿਹੜਾ ਅਹੰਕਾਰ ਹੈ ਨਾ, ਉਸ ਦਾ ਨਾਸ਼ ਹੋ ਜਾਵੇ। ਮੈਂ ਥੋੜੀ ਜਿਹੀ ਮਿਹਨਤ ਹੋਰ ਕਰਾਂਗਾ। ਸਿੱਧਾ ਨੇ ਸਵਾਲ ਕੀਤਾ ਸੀ, ਸਾਡੇ ਅੰਦਰੋਂ ਹਵਾ ਬਾਹਰ ਤਾਂ ਨਿਕਲ ਜਾਂਦੀ ਏ, ਤੇ ਇਹ ਹਵਾ ਫਿਰ ਸਾਡੇ ਅੰਦਰ ਸਵਾਸ ਨੇ ਜਿਹੜੇ, ਇਹ ਦੁਬਾਰਾ ਸਾਡੇ ਅੰਦਰ ਕਿਵੇਂ ਪ੍ਰਵੇਸ਼ ਕਰਦੇ ਨੇ? ਗੁਰੂ ਮਹਾਰਾਜ ਜੀ ਨੇ ਕਿਹਾ ਸਾਡੇ ਅੰਦਰ ਪ੍ਰਾਣਾਂ ਦਾ ਵਾਸਾ ਹੈ। ਉਹ ਪ੍ਰਾਣ ਨੇ ਜਿਹੜੇ ਬਾਹਰ ਦੀ ਹਵਾ ਨੂੰ ਖਿੱਚਣ ਦਾ ਕੰਮ ਕਰਦੇ ਨੇ। ਉਹ ਜਦੋਂ ਖਿੱਚਦੇ ਨੇ ਤੇ ਸਾਡੇ ਅੰਦਰ ਹਵਾ ਜਿਹੜੀ ਇਹ ਪ੍ਰਵੇਸ਼ ਕਰ ਜਾਂਦੀ ਏ। ਫਿਰ ਉਹਨਾਂ ਦੀ ਦਾਬ ਦੇ ਨਾਲ ਹੀ ਹਵਾ ਜਿਹੜੀ ਇਹ ਬਾਹਰ ਅੰਦਰ ਦੀ ਜੋ ਕਿਰਿਆ ਨਾ, ਇਹਦੀ ਚੱਲਦੀ ਰਹਿੰਦੀ ਏ। ਤ੍ਰੈ ਸਤ ਅੰਗਲ ਵਾਈ ਔਦੂ ਸੁਨ ਸੱਚ ਆਹਾਰੋ। ਆਹਾਰੋ ਦਾ ਅਰਥ ਹੁੰਦਾ ਭੋਜਨ ਸੱਚ। ਇਹ ਪਵਨ ਹੈ ਜਿਹੜੀ, ਇਹਦੇ ਨਾਲ ਹੀ ਸਾਡੇ ਮਨ ਨੂੰ ਨਾ ਸੱਚ ਦੀ ਖੁਰਾਕ ਮਿਲਦੀ ਏ। ਜਿਹੜਾ ਮਨ ਹੈ ਨਾ ਸਾਡਾ, ਇਹਨੂੰ ਜੋ ਖੁਰਾਕ ਏ ਇਹ ਹਵਾ ਦੇ ਨਾਲ ਹੀ ਮਿਲਦੀ ਏ। ਜੇ ਹਵਾ ਸਾਨੂੰ ਨਾ ਮਿਲੇ, ਸਵਾਸ ਨਾ ਮਿਲਣ, ਤੇ ਸਾਡਾ ਮਨ ਮਰ ਜਾਵੇਗਾ। ਤ੍ਰੈ ਸਤ ਅੰਗਲ ਵਾਈ ਔਦੂ ਸੁਨ ਸੱਚ ਆਹਾਰੋ। ਇਹ ਸਾਡੇ ਮਨ ਦਾ ਭੋਜਨ ਉਸ ਸੱਚੇ ਸਤਿਗੁਰੂ ਨੇ ਬਣਾਇਆ। ਜਿਹੜੇ ਸਵਾਸ ਚੱਲ ਰਹੇ ਨੇ ਸਾਡੇ ਅੰਦਰ, ਇਹ ਸਵਾਸਾਂ ਨੂੰ ਉਸ ਪ੍ਰਭੂ ਪਰਮਾਤਮਾ ਨੇ ਸਾਡੇ ਮਨ ਦੀ ਖੁਰਾਕ ਬਣਾਈ ਹੈ। ਮਨ ਇਹਨਾਂ ਸਵਾਸਾਂ ਦੇ ਨਾਲ ਆਪਣੀ ਖੁਰਾਕ ਨੂੰ ਪੂਰਿਆ ਕਰਦਾ ਹੈ। ਗੁਰਮੁਖ ਬੋਲੇ ਤਤ ਬਰੋਲੇ, ਚੀਨੇ ਅਲਖ ਅਪਾਰੋ। ਜਿਹੜਾ ਗੁਰਮੁਖ ਹੁੰਦਾ ਹੈ ਉਹ ਵਾਹਿਗੁਰੂ ਸ਼ਬਦ ਨੂੰ ਬੋਲਦਾ ਹੈ, ਵਾਹਿਗੁਰੂ ਸ਼ਬਦ ਦੀ ਅਰਾਧਨਾ ਕਰਦਾ ਹੈ, ਤੇ ਤਤ ਗਿਆਨ ਹੈ ਜਿਹੜਾ ਉਸ ਨੂੰ ਰਿੜਕਦਾ ਹੈ। ਚੀਨੇ ਅਲਖ ਅਪਾਰੋ, ਤੇ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ। ਤ੍ਰੈ ਗੁਣ ਮੇਟੇ, ਤਿੰਨ ਗੁਣ ਨੇ ਜਦੋਂ ਇਹਨਾਂ ਨੂੰ ਮੇਟ ਲਵੇ ਨਾ, ਦੂਰ ਕਰ ਲਵੇ, ਸ਼ਬਦ ਵਸਾਏ, ਫਿਰ ਇਹ ਸ਼ਬਦ ਸਾਡੇ ਅੰਦਰ ਵਸਦਾ। ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹਨਾਂ ਨੂੰ ਆਪਾਂ ਕਈ ਵਾਰੀ ਵਿਚਾਰਿਆ, ਅੱਜ ਇਹਨਾਂ ਤੇ ਆਪਾਂ ਟਾਈਮ ਨਹੀਂ ਲਾਵਾਂਗੇ। ਇਹ ਤਿੰਨ ਗੁਣ ਨੇ, ਇਹਨਾਂ ਨੂੰ ਦੂਰ ਕਰ ਦੇਵੇ, ਸ਼ਬਦ ਵਸਾਏ, ਵਾਹਿਗੁਰੂ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਵਸਾਉਣਾ ਕਰੇ। ਤਾਂ ਮਨ ਚੁੱਕੇ ਅਹੰਕਾਰੋ, ਤੇ ਫਿਰ ਮਨ ਜਿਹੜਾ ਇਹਦਾ ਹੰਕਾਰ ਦੂਰ ਹੋ ਜਾਂਦਾ ਹੈ ਜੀ। ਅੰਤਰ ਬਾਹਰ ਏਕੋ ਜਾਣੈ, ਤਾਹਰ ਨਾਮ ਲਗੈ ਪਿਆਰੋ। ਜਿਸ ਪ੍ਰਭੂ ਪਰਮਾਤਮਾ ਦੀ ਖੋਜ ਅਸੀਂ ਬਾਹਰ ਕਰਦੇ ਹਾਂ, ਉਸ ਪ੍ਰਭੂ ਪਰਮਾਤਮਾ ਦੀ ਖੋਜ ਅਸੀਂ ਆਪਣੇ ਅੰਦਰ ਵੀ ਕਰਨੀ ਹੈ। ਜਾਂ ਜਿਸ ਵਾਹਿਗੁਰੂ ਦੀ ਖੋਜ ਅਸੀਂ ਆਪਣੇ ਅੰਦਰ ਕਰਦੇ ਹਾਂ, ਉਸ ਵਾਹਿਗੁਰੂ ਨੂੰ ਬਾਹਰ ਵੀ, ਦੂਜਿਆਂ ਦੇ ਵਿੱਚ ਵੀ ਉਸੇ ਤਰ੍ਹਾਂ ਜਾਣੇ ਵੀ ਜਿਵੇਂ ਰੱਬ ਮੇਰੇ ਵਿੱਚ ਹੈ ਨਾ, ਇਸੇ ਤਰ੍ਹਾਂ ਇਹਦੇ ਵਿੱਚ ਵਸਿਆ ਹੋਇਆ ਹੈ। ਅੰਤਰ ਬਾਹਰ ਏਕੋ ਜਾਣੇ, ਤਾਂ ਹਰ ਨਾਮ ਲੱਗੇ ਪਿਆਰੋ। ਫਿਰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੁੰਦਾ ਹੈ। ਜੇ ਅੰਦਰ ਵਿਤਕਰਾ ਹੋਵੇ ਨਾ, ਫਿਰ ਰੱਬ ਦੇ ਨਾਮ ਦੇ ਨਾਲ ਪਿਆਰ ਨਹੀਂ ਹੋਏਗਾ। ਅੰਤਰ ਬਾਹਰ ਏਕੋ ਜਾਣੇ, ਆਪ ਵਿੱਚ ਤੇ ਬਾਹਰ ਦੂਜਿਆਂ ਦੇ ਵਿੱਚ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਨਾ ਕਰੇ। ਸਾਡੇ ਸਾਰਿਆਂ ਦੇ ਵਿੱਚ ਉਸ ਦਾ ਵਾਸਾ ਹੈ। ਹਰ ਨਾਮ ਲੱਗੇ ਪਿਆਰੋ, ਤੇ ਫਿਰ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬੜਾ ਪਿਆਰਾ ਲੱਗਦਾ ਹੈ ਜੀ। ਸੁਖਮਨਾ ਪਿਤਾ ਪਿੰਗਲਾ ਬੁਝੈ, ਜਾਂ ਆਪੇ ਲੱਖ ਲਖਾਏ। ਇਹਨਾਂ ਸਾਡੇ ਸਰੀਰ ਦੇ ਵਿੱਚ ਤਿੰਨ ਨਾੜੀਆਂ ਨੇ, ਸੁਖਮਨਾ, ਈੜਾ, ਪਿੰਗਲਾ। ਇਹਨੂੰ ਥੋੜਾ ਜਿਹਾ ਸਮਝਣਾ ਪਏਗਾ। ਇਹ ਗੁਰਬਾਣੀ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਆਉਂਦੀਆਂ ਨੇ। ਸੁਖਮਨਾ ਇੱਕ ਨਾੜੀ ਏ, ਬੜੀ ਬਰੀਕ ਨਾੜੀ ਏ। ਇਹ ਸਾਡੇ ਪੈਰ ਦੇ ਅੰਗੂਠੇ ਤੋਂ ਚੱਲਦੀ ਏ, ਤੇ ਇਹ ਸਾਡੇ ਸਿਰ ਦੇ ਵਿੱਚ, ਦਿਮਾਗ ਕਹਿ ਲਓ, ਇੱਥੇ ਸਹਿਸਰ ਦਲ ਕਮਲ ਹੁੰਦਾ, ਉੱਥੋਂ ਤੱਕ ਜਾਂਦੀ ਏ। ਇਹਦਾ ਕੰਮ ਹੈ, ਇਹਨੂੰ ਸੰਵੇਦਨਾ ਨਾੜੀ ਵੀ ਆਖਦੇ ਨੇ। ਅੱਜ ਕੱਲ੍ਹ ਇਸ ਨੂੰ ਵਿਗਿਆਨੀ ਲੋਕ ਨੇ ਨਾ ਜਿਹੜੇ, ਸੰਵੇਦਨਾ ਨਾੜੀ ਵੀ ਆਖ ਦਿੰਦੇ ਨੇ। ਇਹਨੂੰ ਥੋੜਾ ਇਸ ਤਰ੍ਹਾਂ ਸਮਝ ਲਓ ਵੀ ਇਹਦਾ ਕੰਮ ਕੀ ਹੈ। ਅਸੀਂ ਫੁੱਲ ਤੋੜਨ ਵਾਸਤੇ ਹੱਥ ਅੱਗੇ ਕੀਤਾ ਹੈ, ਉੱਥੇ ਕੰਡਾ ਵੀ ਹੈ। ਅਚਨਚੇਤ ਸਾਡੀ ਉਂਗਲ ਦੇ ਵਿੱਚ ਕੰਡਾ ਵੱਜ ਗਿਆ ਤੇ ਸਾਡਾ ਹੱਥ ਇਹਨਾਂ ਜਿਹੜਾ ਉਹ ਇੱਕੇ ਵਾਰੀ ਪਿਛਾਂ ਹਟ ਜਾਏਗਾ। ਇਹ ਜਿਹੜੀ ਹੈ ਇਹ ਸੰਵੇਦਨਾ ਨਾੜੀ ਦਾ ਕੰਮ ਹੈ। ਜਦੋਂ ਅਸੀਂ ਹੱਥ ਅੱਗੇ ਵਧਾਇਆ ਕੁਝ ਫੜਨ ਨੂੰ, ਤੇ ਉਹ ਸਾਨੂੰ ਤੱਤਾ ਲੱਗੀ ਹੈ, ਗਰਮ ਲੱਗੀ ਹੈ, ਜਾਂ ਕੰਡਾ ਵੱਜਿਆ, ਤੇ ਸਾਡਾ ਹੱਥ ਆਪਣੇ ਆਪ ਪਿੱਛੇ ਹਟ ਜਾਂਦਾ। ਇਹ ਕੰਮ ਸੰਵੇਦਨਾ ਨਾੜੀ ਦਾ, ਸੁਖਮਨਾ ਨਾੜੀ ਦਾ ਹੈ।
ਇਸੇ ਤਰ੍ਹਾਂ ਫਿਰ ਈੜਾ ਨਾੜੀ ਹੈ ਜਿਹੜੀ, ਇਹ ਵੀ ਸਾਡੇ ਸਰੀਰ ਦੇ ਵਿੱਚ ਹੈ। ਇਸੇ ਤਰ੍ਹਾਂ ਪਿੰਗਲਾ ਨਾੜੀ ਹੈ, ਇਹ ਵੀ ਸਾਡੇ ਸਰੀਰ ਦੇ ਵਿੱਚ ਹੈ। ਜੇ ਮੈਂ ਇਹਨਾਂ ਨੂੰ ਜ਼ਿਆਦਾ ਸਮਝਾਉਣ ਲੱਗ ਗਿਆ ਨਾ ਤੇ ਫਿਰ ਹੋ ਸਕਦਾ ਆਪਾਂ ਨੂੰ ਨਾ ਆਪਾਂ ਉਲਝ ਜਾਈਏ, ਸਮਝ ਨਾ ਆਵੇ, ਕਿਉਂਕਿ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਉਹਨਾਂ ਨੂੰ ਸਮਝਣ ਦੇ ਲਈ ਬੜਾ ਯੋਗ ਸਮਾਂ ਚਾਹੀਦਾ ਹੈ। ਫਿਰ ਗੱਲ ਜਿਹੜੀ ਹੈ ਉਹ ਸਮਝ ਦੇ ਵਿੱਚ ਆ ਜਾਂਦੀ। ਬਸ ਇਤਨਾ ਸਮਝ ਲਓ ਵੀ ਇਹ ਤਿੰਨ ਨਾੜੀਆਂ ਨੇ, ਇਹ ਤਿੰਨ ਨਾੜੀਆਂ ਨੇ ਨਾ ਜਿਹੜੀਆਂ, ਇਹਨਾਂ ਦੇ ਨਾਲ ਸਾਡੇ ਸਰੀਰ ਦੇ ਅੰਦਰ 6 ਚੱਕਰ ਬਣਦੇ ਨੇ। ਇਹ ਜਿਹੜੇ 6 ਚੱਕਰ ਬਣਦੇ ਨੇ ਤੇ 7ਵਾਂ ਚੱਕਰ ਹੈ ਜਿਹੜਾ ਆਪ ਜੀ ਨੇ ਵੇਖਿਆ ਹੋਣਾ ਹੈ ਸੰਤਾਂ ਮਹਾਂਪੁਰਸ਼ਾਂ ਦੇ ਸਿਰ ਦੇ ਉੱਤੇ ਨਾ ਪ੍ਰਕਾਸ਼ ਦਾ ਚੱਕਰ ਬਣਾਇਆ ਹੁੰਦਾ, ਜਿੱਥੇ ਵੀ ਉਹਨਾਂ ਦੀ ਫੋਟੋ ਸਰੂਪ ਬਣਾਇਆ ਹੋਵੇ ਕਾਗਜ਼ ਦੇ ਉੱਤੇ, ਉਹ ਬਾਹਰ 7ਵਾਂ ਚੱਕਰ ਮੰਨਿਆ ਗਿਆ ਹੈ। ਇਹ ਪ੍ਰਸੰਗ ਜਿਹੜਾ ਮੈਂ ਛੇੜਦੇ ਆ ਨਾ ਥੋੜਾ ਜਿਹਾ ਹੈਗਾ ਕੰਪਲੀਕੇਟਡ ਹੈ, ਮੈਂ ਛੇੜ ਬੈਠਾ ਪਰ ਮੈਨੂੰ ਸੰਕੋਚ ਕਰਨ ਦਾ ਯਤਨ ਕਰ ਰਿਹਾ ਵੀ ਮੈਂ ਖਿਲਰਾ ਨਾ, ਸੰਕੋਚ ਦੇ ਨਾਲ ਗੱਲ ਜੀ ਕਰ ਦੇਵਾਂ ਜਿਹੜੀ ਆਪਾਂ ਨੂੰ ਸਮਝ ਆ ਜਾਵੇ। ਹੁਣ ਇਹਨਾਂ ਨਾੜੀਆਂ ਦੇ ਨਾਲ ਜਿਹੜੇ 6 ਚੱਕਰ ਬਣੇ ਨੇ, ਉਹ 6 ਚੱਕਰ ਸਾਡੇ ਸਰੀਰ ਦੇ ਅੰਦਰ ਬਣੇ ਨੇ। ਉਹਨਾਂ ਵਿੱਚੋਂ ਬਾਕੀ ਚੱਕਰ ਜਿਹੜੇ ਨੇ ਉਹ ਛੱਡ ਦਿੰਦੇ ਆਪਾਂ, ਫਿਰ ਕਿਤੇ ਸਮਝ ਲਾਂਗੇ ਜਾਂ ਕਿਸੇ ਦੀ ਸਮਝਣ ਦੀ ਇੱਛਾ ਹੋਵੇ ਨਾ ਤੇ ਮੈਂ ਇੱਕ ਗ੍ਰੰਥ ਦਾ ਨਾਮ ਦੱਸ ਦਿੰਦਾ, ਉਹਦਾ ਨਾਮ ਹੈ ਪੰਤਜਲੀ। ਪੰਤਜਲੀ ਨੇ ਗ੍ਰੰਥ ਲਿਖਿਆ ਇੱਕ, ਉਹਦੇ ਵਿੱਚ ਇਹਦਾ ਬੜਾ ਸੋਹਣਾ ਵਿਸਥਾਰ ਹੈ, ਤੁਸੀਂ ਪੜ੍ਹ ਸਕਦੇ ਹੋ। ਤੇ ਜੇ ਨਾ ਸਮਝ ਆ ਜਾਏ ਤੇ ਫਿਰ ਚਲੋ ਗੁਰੂ ਕਿਰਪਾ ਕਰੇਗਾ ਆਪਾਂ ਰਲ ਮਿਲ ਕੇ ਸਮਝ ਵੀ ਲਵਾਂਗੇ। ਇੱਕ ਆਗਿਆ ਚੱਕਰ ਹੈ ਜੋ ਸਾਡੇ ਮੱਥੇ ਦੇ ਵਿੱਚ ਇਸ ਜਗ੍ਹਾ ਤੇ ਬਣਦਾ, ਜਿੱਥੇ ਅੱਖਾਂ ਦੇ ਦੋਵੇਂ ਇਹ ਪਰਪੱਟੇ ਕਹਿ ਦਿੰਦੇ ਆ, ਇਸ ਥਾਂ ਤੇ ਇੱਥੇ ਤਿੰਨੇ ਨਾੜੀਆਂ ਇਹ ਇਕੱਠੀਆਂ ਹੁੰਦੀਆਂ ਨੇ। ਹੁਣ ਜੋਗੀ ਕੀ ਕਰਦੇ ਸਾਨੂੰ, ਇਹਨਾਂ ਨਾੜੀਆਂ ਦੇ ਨਾਲ ਜਿਹੜੇ ਚੱਕਰ ਬਣਦੇ ਨੇ ਉਹਨਾਂ ਚੱਕਰਾਂ ਨੂੰ ਅੰਦਰੋਂ ਅੰਦਰੀ ਭੇਦ ਲੈਂਦੇ ਸਨ, ਖੋਲ ਲੈਂਦੇ ਸਨ ਸਾਰੇ ਚੱਕਰਾਂ ਨੂੰ। ਤੇ ਜਦੋਂ ਸਾਰੇ ਚੱਕਰਾਂ ਨੂੰ ਖੋਲ ਲੈਂਦੇ ਸਨ ਤੇ ਫਿਰ ਇਹ ਇਸ ਤਰ੍ਹਾਂ ਖੋਲਦੇ ਥੱਲੋਂ ਉੱਪਰ ਨੂੰ ਚੱਲਦੇ ਨੇ। ਰੀੜ ਦੀ ਹੱਡੀ, ਆਪਾਂ ਪਿੱਛੇ ਨਾੜ ਹੁੰਦੀ ਉਹਨੂੰ ਰੀੜ ਦੀ ਹੱਡੀ ਕਹਿੰਦੇ ਆ। ਇਹ ਰੀੜ ਦੀ ਹੱਡੀ ਤੇ ਸਿਰੇ ਤੋਂ ਸ਼ੁਰੂ ਹੁੰਦੇ ਨੇ ਤੇ ਅੱਗੇ ਆਉਂਦੇ ਇੱਥੇ ਤੱਕ ਆ ਜਾਂਦੇ ਨੇ। ਇੱਥੇ ਆਣ ਕੇ ਆਗਿਆ ਚੱਕਰ ਹੈ ਜਿਹੜਾ ਆਖਰੀ 6ਵਾਂ ਚੱਕਰ ਹੈ ਤੇ 7ਵਾਂ ਜਿਹੜਾ ਉਹ ਸਹਿਸਰ ਦਲ ਕਮਰ ਦੇ ਉੱਪਰ ਹੈ। ਹੁਣ ਇਹ ਖੋਲ ਲੈਂਦੇ ਸਨ। ਸੁਖਮਨਾ ਈੜਾ ਪਿੰਗਲਾ ਬੂਝੇ ਜਾਂ ਆਪੇ ਅਲਖ ਲਖਾਏ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਡੇ ਜਿਹੜੇ ਗੁਰਮੁਖ ਹੋਣਗੇ ਨਾ ਉਹਨਾਂ ਨੂੰ ਤੁਹਾਡੀ ਤਰ੍ਹਾਂ ਇਸ ਤਰ੍ਹਾਂ ਹੱਠ ਜੋਗ ਦੇ ਨਾਲ ਇਹ ਨਾੜੀਆਂ ਦੁਆਰਾ ਬਣੇ ਹੋਏ ਜਿਹੜੇ ਚੱਕਰ ਨੇ 6, ਇਹ ਖੇਚਲਾ ਕਰਨ ਦੀ ਲੋੜ ਹੀ ਨਹੀਂ ਪੈਗੀ। ਉਹ ਆਪ ਹੀ ਸਮਝ ਲੈਣਗੇ, ਯਾਨੀ ਉਹਨਾਂ ਨੂੰ ਆਪੇ ਹੀ ਸਮਝ ਆ ਜਾਏਗੀ। ਆਪੇ ਅਲਖ ਲਖਾਏ, ਉਹ ਪ੍ਰਭੂ ਪਰਮਾਤਮਾ ਆਪ ਹੀ ਇਹ ਸਾਰਾ ਗਿਆਨ ਗੁਰਮੁਖਾਂ ਨੂੰ ਨਾਮ ਜਪਦਿਆਂ ਨੂੰ ਦੇ ਦਿੰਦਾ। ਇਸੇ ਦਾ ਸ਼ਬਦ ਆਉਂਦਾ ਭਗਤ ਕਬੀਰ ਜੀ ਦਾ ਵੀ, ਉਹ ਵੀ ਆਪਾਂ ਅੱਗੇ ਸ਼ਬਦ ਆਏਗਾ ਤੇ ਉੱਥੇ ਥੋੜੀ ਜੀ ਹੋਰ ਜ਼ਿਆਦਾ ਸਮਝ ਆ ਜਾਏਗੀ। ਅੱਜ ਆਪਾਂ ਇੰਨਾ ਹੀ ਸਮਝ ਲਈਏ ਵੀ ਇਹ ਜਿਹੜੇ 6 ਚੱਕਰ ਨੇ ਤਿੰਨਾਂ ਨਾੜੀਆਂ ਦੇ ਨਾਲ ਬਣਦੇ ਨੇ। ਸੁਖਮਨਾ ਈੜਾ ਪਿੰਗਲਾ ਬੂਝੇ ਜਾਂ ਆਪੇ ਲਖ ਲਖਾਏ। ਜਦੋਂ ਉਹਦੀ ਰਹਿਮਤ ਕਿਰਪਾ ਹੋ ਜਾਵੇ, ਨਾਮ ਜਪਦੇ ਰਹੀਏ ਨਾ ਤੇ ਫਿਰ ਇਹਨਾਂ ਚੱਕਰਾਂ ਭਾਵ ਹੱਠ ਜੋਗ ਦੇ ਵਿੱਚ ਜਾਣ ਦੀ ਲੋੜ ਨਹੀਂ, ਗੁਰੂ ਦੀ ਆਪ ਹੀ ਰਹਿਮਤ ਹੋ ਜਾਂਦੀ ਹੈ ਜੀ। ਨਾਨਕ ਤਿਹੁ ਤੇ ਉਪਰ ਸਾਚਾ ਸਤਿਗੁਰ ਸ਼ਬਦ ਸਮਾਏ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਕਿਉਂਕਿ ਇਹਨਾਂ ਚੱਕਰਾਂ ਤੋਂ ਉੱਪਰ, ਇਹਨਾਂ ਨਾੜੀਆਂ ਤੋਂ ਉੱਪਰ ਉਹ ਅਕਾਲ ਪੁਰਖ ਵਾਹਿਗੁਰੂ ਹੈ, ਉਹ ਇਹਨਾਂ ਨੂੰ ਬਣਾਉਣ ਵਾਲਾ ਹੈ। ਤੇ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਜੁੜ ਗਏ ਤੇ ਫਿਰ ਉਹਦੀਆਂ ਬਣਾਈਆਂ ਹੋਈਆਂ ਸਾਰੀਆਂ ਚੀਜ਼ਾਂ ਦੀ ਸਾਨੂੰ ਸਮਝ ਆ ਜਾਂਦੀ। ਇਸੇ ਦਾ ਨਾਂ ਹੀ ਬ੍ਰਹਮ ਗਿਆਨ ਹੈ। ਗੁਰੂ ਨਾਨਕ ਦੇਵ ਜੀ ਨੇ ਰਹਿਮਤ ਕੀਤੀ ਹੈ, ਸਿੱਧੋ ਤੁਸੀਂ ਜੋ ਹੱਠ ਜੋਗ ਦੇ ਨਾਲ ਇਤਨੀ ਤਕਲੀਫ ਸਹਾਰ ਕੇ ਇਹ ਕੁਝ ਕਰਦੇ ਨਾ, ਸਾਡੇ ਗੁਰਸਿੱਖਾਂ ਨੂੰ ਇਹ ਖੇਚਲਾ ਹੱਠ ਜੋਗ ਵਾਲੀ ਕਰਨ ਦੀ ਲੋੜ ਹੀ ਨਹੀਂ ਪੈਣੀ। ਨਾਮ ਦਾ ਅਭਿਆਸ ਕਰਨ ਦੇ ਨਾਲ ਹੀ ਗੁਰੂ ਦੀ ਕਿਰਪਾ ਰਹਿਮਤ ਹੋ ਜਾਏਗੀ, ਸਾਰੀ ਸੋਝੀ ਆ ਜਾਏਗੀ। ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਇਹਨਾਂ ਸਾਰੀਆਂ ਹਾਲਾਤਾਂ ਤੋਂ ਉੱਪਰ ਹੈ। ਨਾਨਕ ਤਿਹੁ ਤੇ ਉੱਪਰ ਸਾਚਾ, ਉਹ ਇਹਨਾਂ ਤਿੰਨਾਂ ਨਾੜੀਆਂ ਦੇ ਇਸ ਚੱਕਰਾਂ ਤੋਂ ਕਿਤੇ ਉੱਚਾ ਅਕਾਲ ਪੁਰਖ ਵਾਹਿਗੁਰੂ ਹੈ। ਸਤਿਗੁਰ ਸ਼ਬਦ ਸਮਾਏ। ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਸ਼ਬਦ ਦੇ ਨਾਲ ਜਦੋਂ ਅਸੀਂ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਾਂ, ਉਹਦੇ ਵਿੱਚ ਅਭੇਦ ਹੋ ਜਾਂਦੇ ਆ ਤੇ ਫਿਰ ਉਹਦੀ ਕਿਰਪਾ ਦੇ ਨਾਲ ਆਪ ਹੀ ਸਾਰਾ ਗਿਆਨ ਆ ਜਾਂਦਾ ਹੈ ਜੀ। ਮਨ ਕਾ ਜੀਉ ਕਵਨ ਕਥਿਐ ਕਵਨ ਕਹਾਰ ਖਾਈ। ਹੁਣ ਇਹਨਾਂ ਨੇ ਅੱਗੇ ਇੱਕ ਹੋਰ ਸਵਾਲ ਕਰ ਦਿੱਤਾ। ਗੁਰੂ ਮਹਾਰਾਜ ਜੀ ਨੂੰ ਇਹਨਾਂ ਨੇ ਸਵਾਲ ਕੀਤਾ ਸੀ ਵੀ ਅੰਦਰੋਂ ਸਵਾਸ ਬਾਹਰ ਜਾਂਦੇ ਨੇ
ਤੇ ਬਾਹਰੋਂ ਸਵਾਸ ਅੰਦਰ ਆਉਂਦੇ ਨੇ। ਮੈਂ ਇੱਕ ਸਿੱਧੀ ਜੀ ਬੋਲੀ 'ਚ ਦੱਸ ਦਿਆਂ ਵੀ ਰੱਬ ਨੇ ਕਿਰਿਆ ਐਵੇਂ ਵਾਧੂ ਬਣਾਈ, ਕੀ ਲੋੜ ਸੀ ਸਵਾਸ ਅੰਦਰ ਜਾਣ ਤੇ ਬਾਹਰ ਆਉਣ? ਇਹ ਕਿਰਿਆ ਦੀ ਤਾਂ ਲੋੜ ਹੀ ਨਹੀਂ ਸੀ ਹੈਗੀ। ਚਲੋ ਜੇ ਜਾਂਦੇ ਆਉਂਦੇ ਨੇ ਤੇ ਉਹਦਾ ਵੀ ਸਾਨੂੰ ਢੰਗ ਦੱਸ ਦਿਓ। ਗੁਰੂ ਮਹਾਰਾਜ ਜੀ ਨੇ ਦੱਸ ਦਿੱਤਾ ਢੰਗ, ਤੇ ਨਾਲ ਹੀ ਗੁਰੂ ਮਹਾਰਾਜ ਜੀ ਨੇ ਇਹ ਦੱਸ ਦਿੱਤਾ ਵੀ ਜਿਹੜਾ ਤੁਸੀਂ ਆਨੇ ਹੋ ਨਾ ਐਵੇਂ ਐਵੇਂ ਨਹੀਂ ਬਣਾਏ, ਇਹਨਾਂ ਸਵਾਸਾਂ ਦੇ ਨਾਲ ਸਾਡੇ ਮਨ ਨੂੰ ਖੁਰਾਕ ਮਿਲਦੀ ਏ। ਹੁਣ ਸਵਾਸਾਂ ਦੇ ਨਾਲ ਮਨ ਨੂੰ ਖੁਰਾਕ ਕਿਵੇਂ ਮਿਲਦੀ ਹੈ, ਮੈਂ ਉਹ ਵੀ ਥੋੜਾ ਜਿਹਾ ਸਮਝਾਣਾ ਕਰਾਂ। ਸਵਾਸਾਂ ਦੇ ਨਾਲ ਅਸੀਂ ਹਵਾ ਦੇ ਨਾਲ ਹੀ ਬੋਲਦੇ ਹਾਂ। ਜੇ ਅੰਦਰੋਂ ਹਵਾ ਬੰਦ ਕਰ ਲਈਏ ਨਾ ਤੇ ਬੋਲਾਂਗੇ ਨਹੀਂ। ਜਿੰਨੇ ਵੀ ਸ਼ਬਦ ਉਚਾਰਨ ਹੁੰਦੇ ਨੇ ਉਹ ਬੋਲਣ ਦੇ ਨਾਲ ਹੁੰਦੇ ਨੇ, ਤੇ ਅਸੀਂ ਜੋ ਬੋਲਦੇ ਹਾਂ ਉਹ ਬੋਲ ਹੀ ਉਹ ਸ਼ਬਦ ਹੀ ਜਿਹੜੇ ਨੇ ਨਾ ਉਹ ਸਾਡੇ ਮਨ ਦੀ ਖੁਰਾਕ ਬਣ ਜਾਂਦੇ ਨੇ। ਅਸੀਂ ਜੋ ਬੋਲਦੇ ਹਾਂ ਉਹ ਸ਼ਬਦ ਸਾਡੇ ਮਨ ਦੀ ਖੁਰਾਕ ਬਣ ਜਾਂਦੇ ਨੇ। ਇਸੇ ਕਰਕੇ ਤਾਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਸ ਸਾਸ ਸਿਮਰੋ ਗੋਬਿੰਦ। ਜਦੋਂ ਅਸੀਂ ਹਰ ਇੱਕ ਸਵਾਸ ਦੇ ਨਾਲ ਵਾਹਿਗੁਰੂ ਆਖਾਂਗੇ ਤੇ ਫਿਰ ਹਰ ਇੱਕ ਸਵਾਸ ਦੇ ਨਾਲ ਵਾਹਿਗੁਰੂ ਆਖਿਆ ਹੋਇਆ ਮਨ ਦੀ ਖੁਰਾਕ ਜਿਹੜੀ ਉਹ ਵਾਹਿਗੁਰੂ ਬਣ ਜਾਏਗਾ। ਤੇ ਜੇ ਹਰ ਸਵਾਸ ਦੇ ਨਾਲ ਅਸੀਂ ਝੂਠ ਬੋਲਾਂਗੇ ਫਿਰ ਮਨ ਨੂੰ ਝੂਠ ਦੀ ਖੁਰਾਕ ਮਿਲ ਗਈ ਨਾ, ਤੇ ਮਨ ਝੂਠਾ ਹੋ ਜਾਏਗਾ। ਜਿਸ ਤਰ੍ਹਾਂ ਦੀ ਖੁਰਾਕ ਖਾਏਗਾ ਮਨ ਦੀ ਹਾਲਤ ਉਸੇ ਤਰ੍ਹਾਂ ਦੀ ਹੋਏਗੀ। ਮੇਰੇ ਖਿਆਲ ਇਹ ਗੱਲ ਸਮਝ ਆ ਗਈ ਏ। ਹੁਣ ਇਹਨਾਂ ਨੇ ਇਹ ਸਵਾਲ ਕੀਤਾ ਏ ਵੀ ਹੇ ਸੱਚੇ ਸਤਿਗੁਰ, ਤੁਸੀਂ ਆਖਦੇ ਹੋ ਜਿਹੜਾ ਮਨ ਏ ਨਾ ਇਹਦੀ ਖੁਰਾਕ ਏ ਜਿਹੜੀ ਹਵਾ ਏ, ਹਵਾ ਆਉਂਦੀ ਏ ਅੰਦਰ ਤੇ ਮਨ ਉਹਦੇ ਵਿੱਚੋਂ ਖੁਰਾਕ ਲੈ ਲੈਂਦਾ, ਤੇ ਉਹ ਹਵਾ ਨੂੰ ਖੁਰਾਕ ਕਿੱਥੋਂ ਮਿਲਦੀ ਏ? ਜਿਵੇਂ ਕੋਈ ਸਿਆਣਾ ਬੰਦਾ ਸਵਾਲ ਕਰੇ ਨਾ ਵੀ ਇਹ ਦੁੱਧ ਜਿਹੜਾ ਅਸੀਂ ਦੁੱਧ ਪੀਂਦੇ ਹਾਂ ਕਿੱਥੋਂ ਆਉਂਦਾ ਹੈ, ਤੇ ਆਪਾਂ ਆਖਾਂਗੇ ਮੱਝ ਤੋਂ ਆਉਂਦਾ ਹੈ। ਫਿਰ ਉਹ ਆਖੂਗਾ ਮੱਝ ਨੂੰ ਦੁੱਧ ਕਿੱਥੋਂ ਪ੍ਰਾਪਤ ਹੋਇਆ, ਤੇ ਆਪਾਂ ਆਖਾਂਗੇ ਤੂੜੀ ਤੋਂ ਤੰਦ ਤੋਂ ਮਿਲਦਾ ਹੈ। ਫਿਰ ਅੱਗੇ ਸਵਾਲ ਕਰ ਦੇਗਾ ਤੂੜੀ ਤੰਦ ਦੇ ਵਿੱਚ ਦੁੱਧ ਕਿੱਥੋਂ ਆਇਆ, ਆਪਾਂ ਕਹਾਂਗੇ ਇਹ ਧਰਤੀ ਦੇ ਵਿੱਚ ਬੀਜਿਆ ਜਾਂਦਾ, 5 ਤੱਤ ਇਹਨੂੰ ਮਿਲਦੇ ਨੇ। ਸਾਡੀ ਕਣਕ ਨੂੰ ਵੀ 5 ਤੱਤ ਮਿਲਦੇ ਨੇ। ਮਿੱਟੀ ਦੇ ਤੱਤ ਦੇ ਵਿੱਚ ਉਗਦੀ ਏ, ਪਾਣੀ ਦਾ ਤੱਤ ਅਸੀਂ ਲਾਉਂਦੇ ਹਾਂ, ਅਗਨ ਤੱਤ ਇਹ ਆਕਾਸ਼ ਤੋਂ ਲੈਂਦੀ ਏ, ਸੂਰਜ ਤੋਂ ਲੈਂਦੀ ਏ ਅਗਨ ਤੱਤ, ਤੇ ਹਵਾ ਚੱਲਦੀ ਰਹਿੰਦੀ ਏ, ਹਵਾ ਤੋਂ ਹਵਾ ਤੱਤ ਲੈ ਲੈਂਦੀ। ਆਕਾਸ਼ ਤੱਤ ਜਿਹੜਾ ਇਹ ਹਨੇਰਾ ਹੈ, ਰਾਤ ਨੂੰ ਹਨੇਰਾ ਹੁੰਦਾ, ਦਿਨੇ ਪ੍ਰਕਾਸ਼ ਹੁੰਦਾ, ਜਿਹਦੇ ਨਾਲ ਇਹ ਵੱਧਦੀ ਫੁੱਲਦੀ ਏ। ਸੋ ਇਹ ਫਿਰ ਆਪਾਂ ਕਹਾਂਗੇ ਵੀ ਤੱਤ ਨੇ ਜਿਹੜੇ ਉਹ ਪਰਮਾਤਮਾ ਦੇ ਬਣਾਏ ਹੋਏ ਨੇ। ਤੱਤਾਂ ਤੋਂ ਫਿਰ ਫਸਲ ਹੁੰਦੀ ਏ, ਫਸਲ ਤੋਂ ਫਿਰ ਮੱਝ ਖਾਂਦੀ ਏ, ਉਹਨੂੰ ਦੁੱਧ ਮਿਲਦਾ, ਦੁੱਧ ਅਸੀਂ ਪੀ ਲੈਂਦੇ ਹਾਂ। ਹੁਣ ਇਹਨਾਂ ਨੇ ਵੀ ਇਸੇ ਤਰ੍ਹਾਂ ਸਵਾਲ ਕਰ ਦਿੱਤਾ, ਗੁਰੂ ਨਾਨਕ ਦੇਵ ਜੀ ਤੁਸੀਂ ਆਖਿਆ ਵੀ ਜਿਹੜੇ ਅਸੀਂ ਸਵਾਸ ਲੈਂਦੇ ਹਾਂ ਉਹਦੇ ਨਾਲ ਮਨ ਨੂੰ ਖੁਰਾਕ ਮਿਲਦੀ ਏ। ਮਨ ਕਾ ਜਿਉ ਪਵਨ ਕਥੀਲੇ, ਤੁਸੀਂ ਆਖਿਆ ਏ ਵੀ ਮਨ ਏ ਜਿਹੜਾ ਇਹ ਜਿਉਂਦਾ ਤਾਂ ਏ ਜੇ ਹਵਾ ਮਿਲਦੀ ਏ ਤਾਂ। ਪਵਨ ਕਹਾ ਰਸ ਖਾਈ, ਤੇ ਹਵਾ ਦੇ ਵਿੱਚੋਂ ਰਸ ਕਿੱਥੋਂ ਆਇਆ? ਹਵਾ ਨੂੰ ਉਹ ਰਸ ਕਿੱਥੋਂ ਪ੍ਰਾਪਤ ਹੋਇਆ? ਹੁਣ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ, ਅੱਗੇ ਜਵਾਬ ਦੇਣਗੇ ਜੀ। ਗਿਆਨ ਕੀ ਮੁਦਰਾ ਕਵਨ ਔਦੂ, ਸਿੱਧ ਕੀ ਕਵਨ ਕਮਾਈ। ਹੁਣ ਉਸ ਸਵਾਲ ਦਾ ਜਵਾਬ ਅਜੇ ਧੰਨ ਗੁਰੂ ਨਾਨਕ ਦੇਵ ਜੀ ਨੇ ਨਹੀਂ ਦਿੱਤਾ, ਅਗਲੀ ਪੌੜੀ ਦੇ ਵਿੱਚ ਦੇਣਗੇ। ਤੇ ਇਹਨਾਂ ਨੇ ਇੱਕ ਹੋਰ ਸਵਾਲ ਕਰ ਦਿੱਤਾ, ਗਿਆਨ ਕੀ ਮੁਦਰਾ। ਇਹ ਨਾ ਮੁਦਰਾ ਹੈ, ਮੁਦਰਾ ਦਾ ਅਰਥ ਹੁੰਦਾ ਨਿਸ਼ਾਨੀ। ਇਹਦਾ ਜਵਾਬ ਪਿੱਛੇ, ਇਹ ਸਵਾਲ ਪਿੱਛੇ ਵੀ ਆਇਆ ਸੀ। ਅਕਲਪਤ ਮੁਦਰਾ, ਅਕਲਪਤ ਇਹ ਕਲਪਤ, ਆੜਾ ਅੱਡ ਕਰਕੇ ਅਕਲਪਤ। ਕਲਪਤ ਦਾ ਅਰਥ ਹੁੰਦਾ ਕਲਪਨਾ, ਤੇ ਇਹ ਕਲਪਤ ਮਨੁੱਖ ਦੇ ਅੰਦਰੋਂ ਕਲਪਨਾ ਮਿਟ ਜਾਵੇ ਨਾ ਤੇ ਉਹ ਗਿਆਨਵਾਨ ਹੈ। ਗਿਆਨ ਕੀ ਮੁਦਰਾ ਕਵਨ ਕਥੀਲੇ। ਦੁਬਾਰਾ ਫਿਰ ਸਵਾਲ ਉਹੀ ਆ ਗਏ। ਇਸ ਤਰ੍ਹਾਂ ਦੇ ਪਿੱਛੇ ਵੀ ਕਈ ਸਵਾਲ ਆਏ ਸੀ, ਪਰ ਉੱਥੇ ਨਾ ਮੈਂ ਸਮਾਂ ਜਿਹੜਾ ਸੀ ਉਹਨੂੰ ਵੇਖਦੇ ਹੋਇਆ ਫਿਰ ਚੁੱਪ ਕਰ ਜਾਂਦਾ ਸੀ। ਤੇ ਦਾਸ ਨੇ ਇੱਕ ਦਿਨ ਦੱਸਿਆ ਸੀ ਵੀ ਕਈ ਸਵਾਲ ਇਸ ਤਰ੍ਹਾਂ ਦੇ ਨੇ, ਵਾਰੀ-ਵਾਰੀ ਆ ਜਾਂਦੇ ਨੇ, ਜਿਨ੍ਹਾਂ ਤੋਂ ਸਾਨੂੰ ਇਹ ਗਿਆਨ ਮਿਲਦਾ ਹੈ ਵੀ ਸਿੱਧ ਸਨ ਨਾ ਜਿਹੜੇ, ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਕੇਵਲ ਤੇ ਕੇਵਲ ਅਚਲ ਵਟਾਲੇ ਹੀ ਗਿਆਨ ਗੋਸ਼ਟੀ ਨਹੀਂ ਕੀਤੀ, ਸੁਮੇਰ ਪਰਬਤ ਤੇ ਵੀ ਕੀਤੀ ਹੈ, ਕਰਤਾਰਪੁਰ ਸਾਹਿਬ ਵੀ ਕੀਤੀ ਹੈ, ਤੇ ਨਾਨਕ ਮਤੇ ਵੀ ਕੀਤੀ ਹੈ। ਹੁਣ ਗਿਆਨ ਕੀ ਮੁਦਰਾ ਕਵਨ ਕਥੀਲੇ, ਇੱਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਇਹਦਾ ਉੱਤਰ ਨਹੀਂ ਆਇਆ। ਹੁਣ ਆਪਾਂ ਪਿਛਲਾ ਉੱਤਰ ਹੈ ਨਾ ਜਿਹੜਾ, ਇਹ ਕਲਪਤ ਮੁਦਰਾ, ਗੁਰੂ ਮਹਾਰਾਜ ਕਹਿੰਦੇ ਗਿਆਨਵਾਨ ਮਨੁੱਖ ਨੇ ਜਿਹੜਾ ਉਹਦੀ ਨਿਸ਼ਾਨੀ ਇਹ ਵੀ ਉਹਦੇ 'ਚ ਕਲਪਨਾ ਨਹੀਂ ਹੋਏਗੀ। ਅਗਲਾ ਸਵਾਲ ਹੈ ਸਿੱਧ ਕੀ ਕਵਨ ਕਮਾਈ। ਜਿਹੜਾ ਸਿੱਧ ਹੈ, ਭਾਵ ਅਸੀਂ ਸਿੱਧ ਹਾਂ ਤੇ ਅਸੀਂ ਕਿਹੜੀ ਕਮਾਈ ਦੇ ਨਾਲ ਸਿੱਧੀਆਂ ਪ੍ਰਾਪਤ ਕਰਦੇ ਹਾਂ, ਜਾਂ ਜਿਹੜਾ ਮਨੁੱਖ ਸਿੱਧ ਹੋ ਜਾਂਦਾ ਹੈ ਉਹ ਕਿਹੜੀ ਕਮਾਈ ਦੇ ਨਾਲ ਸਿੱਧੀਆਂ ਪ੍ਰਾਪਤ ਕਰਦਾ ਹੈ ਜੀ। ਬਿਨ ਸ਼ਬਦ ਰਸ ਨ ਆਵੈ ਔਦੂ, ਹਉਮੈ ਪਿਆਸ ਨ ਜਾਈ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹਵਾ ਦੇ ਵਿੱਚ ਸ਼ਬਦ ਤੋਂ ਬਿਨਾ ਰਸ ਨਹੀਂ ਆਉਂਦਾ। ਹਵਾ ਹੈ ਨਾ ਜਿਹੜੀ, ਬਿਨ ਸ਼ਬਦੇ ਰਸ ਨਾ ਆਵੇ ਔਦੂ, ਹਵਾ ਜਿਹੜੀ ਇਹਦੇ ਵਿੱਚ ਸ਼ਬਦ ਤੋਂ ਬਿਨਾ ਰਸ ਨਹੀਂ ਆਉਂਦਾ।
ਜਦੋਂ ਹਵਾ ਲਵਾਂਗੇ, ਸਵਾਸ ਲਵਾਂਗੇ, ਸ਼ਬਦ ਹੋਣਗੇ ਤੇ ਮਨ ਨੂੰ ਰਸ ਮਿਲੇਗਾ। ਮੈਂ ਵੇਖਿਆ ਕਈ ਮਾਈਆਂ ਬੀਬੀਆਂ ਹੁੰਦੀਆਂ ਨੇ ਤੇ ਗੁਰਮੁਖ ਪਿਆਰੇ ਵੀ ਹੁੰਦੇ ਨੇ, ਤੇ ਮੈਂ ਵੀ ਤੁਹਾਡੇ ਨਾਲ ਹੀ ਹਾਂ। ਜਦੋਂ ਮੈਂ ਗੁਰਮੁਖ ਪਿਆਰੇ ਆਖਿਆ ਕਰਾਂ, ਮੈਨੂੰ ਵੀ ਵਿੱਚ ਰੱਖ ਲਿਆ ਕਰੋ। ਜੇ ਕਿਤੇ ਆਪਾਂ ਕੋਈ ਗੱਲ ਛੇੜ ਲਈਏ ਨਾ ਤੇ ਫਿਰ ਮਾਣੇ ਜਿਹੜਾ ਉੱਥੋਂ ਉੱਠਣ ਨੂੰ ਜੀ ਨਹੀਂ ਕਰਦਾ, ਭਾਵੇਂ ਕਿੰਨੀ ਗਰਮੀ ਹੋਵੇ ਤੇ ਕਿੰਨਾ ਹੀ ਮੱਛਰ ਲੜੀ ਜਾਂਦਾ ਹੋਵੇ। ਰਾਤ ਨੂੰ ਨਾ ਕਈ ਵਾਰੀ ਇਸ ਤਰ੍ਹਾਂ ਦੀਆਂ ਵਿਚਾਰਾਂ ਚੱਲ ਪੈਂਦੀਆਂ ਨੇ, ਲੱਤਾਂ ਤੇ ਮੱਛਰ ਲੜਦਾ ਤੇ ਮੈਂ ਵੇਖਿਆ ਛੜੀਆਂ ਮਾਰੀ ਜਾਂਦੇ, ਅਸੀਂ ਮੰਜੀਆਂ ਤੇ ਬੈਠੇ ਹੱਥ ਮਾਰੀ ਜਾਂਦੇ ਆ, ਪਰ ਉਹ ਰਸ ਮਨ ਨੂੰ ਇੰਨਾ ਆ ਰਿਹਾ ਝੂਠੀਆਂ ਸੱਚੀਆਂ ਗੱਲਾਂ ਦਾ ਕਿ ਉਹ ਮੰਜੀ ਤੋਂ ਉੱਠਣ ਨੂੰ ਜੀ ਨਹੀਂ ਕਰਦਾ। ਬਿਨ ਸ਼ਬਦੇ ਰਸ ਨਾ ਆਵੇ। ਗੁਰੂ ਮਹਾਰਾਜ ਜੀ ਕਹਿੰਦੇ ਨੇ ਮਨ ਨੂੰ ਸ਼ਬਦ ਤੋਂ ਬਿਨਾਂ ਰਸ ਹੀ ਨਹੀਂ ਹੁੰਦਾ। ਉਹ ਸ਼ਬਦ ਕਿਸ ਤਰ੍ਹਾਂ ਦਾ, ਉਹ ਸਾਡੇ ਤੇ ਨਿਰਭਰ ਕਰਦਾ ਹੈ। ਅਸੀਂ ਕਿਸ ਤਰ੍ਹਾਂ ਦੇ ਸ਼ਬਦ ਸੁਣ ਰਹੇ ਹਾਂ ਤੇ ਕਿਸ ਤਰ੍ਹਾਂ ਦੇ ਸ਼ਬਦ ਹਉਮੈ ਪਿਆਸ ਨਾ ਜਾਈ। ਤੇ ਇਹ ਜਿਹੜੇ ਇਸ ਤਰ੍ਹਾਂ ਦੇ ਸ਼ਬਦ ਨੇ ਨਾ, ਜਿਨ੍ਹਾਂ ਦੇ ਨਾਲ ਹਵਾ ਦੇ ਵਿੱਚੋਂ ਮਨ ਨੂੰ ਰਸ ਮਿਲਦਾ ਹੈ, ਇਹ ਸਾਰੇ ਹਉਮੈ ਵਾਲੇ ਨੇ। ਇਹਨਾਂ ਦੇ ਨਾਲ ਮਨੁੱਖ ਦੇ ਅੰਦਰ ਦੀ ਤ੍ਰਿਪਤੀ ਨਹੀਂ ਹੁੰਦੀ ਹੈ ਜੀ। ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਈ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੇ ਵਾਹਿਗੁਰੂ ਸ਼ਬਦ ਦੇ ਵਿੱਚ ਅਸੀਂ ਰੰਗੇ ਹੋਈਏ ਨਾ ਤੇ ਫਿਰ ਮਨ ਨੂੰ ਵਾਹਿਗੁਰੂ ਸ਼ਬਦ ਦੇ ਵਿੱਚੋਂ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ। ਸਾਚੇ ਰਹੇ ਅਗਾਈ, ਫਿਰ ਸਾਡੇ ਅੰਦਰ ਤ੍ਰਿਪਤੀ ਆ ਜਾਂਦੀ। ਜਦੋਂ ਤ੍ਰਿਪਤੀ ਆ ਗਈ ਫਿਰ ਹਉਮੈ ਨਹੀਂ ਆਏਗੀ। ਇਹ ਤੁਕਾਂ ਨੇ ਜਿਹੜੀਆਂ ਇੱਕ ਵਾਰੀ ਆਪਾਂ ਫਿਰ ਜ਼ਰੂਰ ਵਿਚਾਰਾਂਗੇ। ਮਨ ਕਾ ਜਿਉ ਪਵਨ ਕਥੀਲੇ। ਗੁਰੂ ਨਾਨਕ ਦੇਵ ਜੀ ਨੂੰ ਸਿੱਧਾ ਨੇ ਸਵਾਲ ਕੀਤਾ ਵੀ ਮਾਣੇ ਜਿਹੜਾ ਇਹ ਜਿਉਂਦਾ ਹੈ ਹਵਾ ਦੇ ਆਸਰੇ। ਇਹ ਗੁਰੂ ਨਾਨਕ ਦੇਵ ਜੀ ਤੁਸੀਂ ਆਖ ਰਹੇ ਹੋ ਵੀ ਹਵਾ ਦੇ ਵਿੱਚੋਂ ਖੁਰਾਕ ਖਾਂਦਾ ਹੈ। ਪਵਨ ਕਹਾ ਰਸ ਖਾਈ, ਹਵਾ ਵਿੱਚੋਂ ਕਿਵੇਂ ਖੁਰਾਕ ਖਾਂਦਾ ਇਹ ਦੱਸੋ। ਸੌਖਾ ਜਿਹਾ ਸਵਾਲ ਹੈ। ਹਵਾ ਦੇ ਵਿੱਚੋਂ ਕਿਵੇਂ ਇਹ ਖੁਰਾਕ ਖਾਂਦਾ ਹੈ, ਹਵਾ ਦੇ ਵਿੱਚੋਂ ਉਹਨੂੰ ਖੁਰਾਕ ਕਿਵੇਂ ਮਿਲਦੀ ਹੈ। ਤੇ ਦੂਜਾ ਸਵਾਲ ਸੀ ਗਿਆਨ ਕੀ ਮੁਦਰਾ ਕਵਣ ਔਦੂ। ਮਨ ਮਨੁੱਖ ਹੈ ਜਿਹੜਾ, ਉਹਦੀ ਕੀ ਨਿਸ਼ਾਨੀ, ਉਹਦੀ ਮੁਦਰਾ ਕੀ ਹੈ। ਮੁਦਰਾ ਦਾ ਅਰਥ ਹੁੰਦਾ ਨਿਸ਼ਾਨੀ, ਤੇ ਮੁੰਦਰਾ ਦਾ ਅਰਥ ਹੁੰਦਾ ਕੰਨਾਂ ਦੇ ਵਿੱਚ ਪਾਣੀਆਂ। ਸਿੱਧ ਕੀ ਕਵਣ ਕਮਾਈ, ਕਿਹੜੀ ਕਮਾਈ ਕੀਤਿਆਂ ਅਸੀਂ ਸਿੱਧ ਪੁਰਸ਼ ਹੋ ਸਕਦੇ ਹਾਂ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਬਿਨ ਸ਼ਬਦੇ ਰਸ ਨਾ ਆਵੇ। ਹਵਾ ਦੇ ਵਿੱਚ ਜੇ ਗੱਲਾਂ ਕਰਾਂਗੇ ਨਾ ਤੇ ਫਿਰ ਮਨ ਨੂੰ ਰਸ ਆਏਗਾ। ਬਿਨਾ ਹਵਾ ਦੇ ਵਿੱਚ ਸਵਾਸਾਂ ਦੇ ਨਾਲ ਗੱਲਾਂ ਕੀਤਿਆਂ ਤੋਂ ਬਿਨਾ ਮਨ ਨੂੰ ਰਸ ਨਹੀਂ ਆਉਂਦਾ। ਹਉਮੈ ਪਿਆਸ ਨਾ ਜਾਈ, ਪਰ ਕਰੀਏ ਕਿ ਉਹਨਾਂ ਗੱਲਾਂ ਦੇ ਨਾਲ ਅੰਦਰ ਹਉਮੈ ਵੱਧ ਤਾਂ ਸਕਦੀ ਹੈ। ਅੰਦਰ ਹਉਮੈ ਜਿਹੜੀ ਉਹ ਵੱਧ ਤਾਂ ਸਕਦੀ ਹੈ, ਹਉਮੈ ਦੂਰ ਨਹੀਂ ਹੁੰਦੀ। ਹਉਮੈ ਦੀ ਪਿਆਸ ਨਹੀਂ ਜਾਂਦੀ, ਹੋਰ ਹਉਮੈ ਦੀ ਪਿਆਸ ਲੱਗ ਜਾਂਦੀ ਹੈ। ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਜੇ ਉਹਨਾਂ ਗੱਲਾਂ ਦੀ ਥਾਂ ਤੇ ਅਸੀਂ ਵਾਹਿਗੁਰੂ ਸ਼ਬਦ ਦੇ ਵਿੱਚ ਰੰਗੇ ਜਾਈਏ ਤੇ ਫਿਰ ਸਾਨੂੰ ਅੰਮ੍ਰਿਤ ਰਸ ਉਹਦੇ ਵਿੱਚੋਂ ਪ੍ਰਾਪਤ ਹੋਏਗਾ। ਸਾਡੇ ਮਨ ਨੂੰ ਸੱਚੇ ਰਹੇ ਅਗਾਈ, ਤੇ ਫਿਰ ਇਹ ਮਨ ਨਾ ਜਿਹੜਾ ਸੱਚੇ ਸਤਿਗੁਰ ਦੇ ਨਾਮ ਦੇ ਨਾਲ ਰੱਜ ਕੇ ਤ੍ਰਿਪਤ ਹੋ ਕੇ ਰਹੇਗਾ ਜੀ। ਕਮਨ ਨਾਮ ਬੁੱਧ ਆਸ਼ਰਿਤ ਰਹੀਐ, ਕਿਤ ਭੋਜਨ ਤ੍ਰਿਪਤਾਸੈ। ਹੁਣ ਸਵਾਲ ਹੈ, ਕਮਨ ਬੁੱਧ, ਕਿਹੜੀ ਬੁੱਧੀ ਵਾਲੇ ਹੋ ਕੇ ਜਿਤ ਅਸਥਿਰ ਰਹੀਏ, ਜਿੰਦੇ ਕਰਕੇ ਸਾਡਾ ਮਨ ਜਿਹੜਾ ਉਹ ਟਿਕਾ ਦੇ ਵਿੱਚ ਰਵੇ। ਕਿਤ ਭੋਜਨ ਤ੍ਰਿਪਤਾਸੇ, ਤੇ ਕਿਹੜੇ ਭੋਜਨ ਦੇ ਨਾਲ ਸਾਡੇ ਅੰਦਰ ਸੰਤੋਖ ਹੋਣਾ। ਇਹ ਭੋਜਨ ਹੁਣ ਹਵਾ ਲਈਏ, ਮਨ ਦੇ ਭੋਜਨ ਦੀ ਗੱਲ ਚੱਲ ਰਹੀ ਹੈ। ਕਮਨ ਬੁੱਧ ਜਿਤ ਅਸਥਿਰ ਰਹੀਏ, ਕਿਵੇਂ ਸਾਡਾ ਮਨ ਰੁਕ ਕੇ ਰਵੇ ਤੇ ਅਸੀਂ ਕਿਹੜੇ ਸ਼ਬਦਾਂ ਦੀ ਖੁਰਾਕ ਮਨ ਨੂੰ ਦਈਏ ਜਿੰਦੇ ਨਾਲ ਇਹ ਤ੍ਰਿਪਤ ਰਵੇ ਜੀ। ਨਾਨਕ ਦੁਖ ਸੁਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਨਾ ਦਰਾਸੈ। ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਦੁੱਖ ਤੇ ਸੁੱਖ ਨੂੰ ਨਾ ਇੱਕ ਜਾਣ ਕੇ ਤੇ ਵਾਹਿਗੁਰੂ ਦਾ ਨਾਮ ਜਪਦਾ ਰਵੇ। ਦੁੱਖ ਹੋਵੇ ਫਿਰ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਰਵੇ, ਸੁੱਖ ਹੋਵੇ ਫਿਰ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਰਵੇ। ਸਤਿਗੁਰ ਤੇ ਕਾਲ ਨਾ ਗਰਾਸੇ, ਫਿਰ ਸੱਚੇ ਸਤਿਗੁਰ ਦੀ ਕਿਰਪਾ ਹੋ ਜਾਏਗੀ। ਕਾਲ ਇਹਨਾਂ ਜਿਹੜਾ ਉਹ ਗਰਸੇਗਾ ਨਹੀਂ। ਇਸੇ ਤਰ੍ਹਾਂ ਭਾਈ ਸਿੱਧਾਂ ਦੇ ਇਹ ਸਵਾਲ ਤੇ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਦੇ ਪਾਵਨ ਉੱਤਰ ਜਵਾਬ ਜੋ ਧੰਨ ਗੁਰੂ ਮਹਾਰਾਜ ਜੀ ਨੇ ਇਸ ਬਾਣੀ ਦੇ ਅੰਦਰ ਦਰਜ ਕੀਤੇ ਨੇ, ਇਹ ਚੱਲ ਰਹੇ ਨੇ। ਕੁਝ ਦੇ ਜਵਾਬ ਆ ਗਏ ਨੇ, ਕੁਝ ਦੇ ਜਵਾਬ ਗੁਰੂ ਜੀ ਨੇ ਪਿੱਛੇ ਦੇ ਦਿੱਤੇ ਨੇ। ਉਹ ਦੁਬਾਰਾ ਫਿਰ ਵਾਰੀ-ਵਾਰੀ ਸਵਾਲ ਜਾਣ ਕੇ ਕਰੀ ਜਾ ਰਹੇ ਨੇ, ਜਾਂ ਕਿਸੇ ਭੁਲੇਖੇ ਦੇ ਵਿੱਚ ਸਵਾਲ ਹੋ ਰਹੇ ਨੇ, ਉਹ ਆਪਾਂ ਪਿੱਛੇ ਜਿਹੜੇ ਨੇ ਉਹਨਾਂ ਨੂੰ ਚਿਤਾਰ ਲਿਆ ਕਰਾਂਗੇ। ਧੰਨ ਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ। ਸਾਡੇ ਵੀ ਇਹ ਮਨ ਦੀ ਜੋ ਹਵਾ ਦੇ ਨਾਲ ਖੁਰਾਕ ਮਿਲਦੀ ਏ, ਇਹ ਵੀ ਵਾਹਿਗੁਰੂ ਸ਼ਬਦ ਵਾਲੀ ਹੋਵੇ। ਅਸੀਂ ਵੀ ਵਾਹਿਗੁਰੂ ਦਾ ਨਾਮੇ ਇਹਦੇ ਅਭਿਆਸੀ ਹੋਈਏ। ਸਾਡਾ ਮਨ ਵੀ ਵਾਹਿਗੁਰੂ ਸ਼ਬਦ ਦੀ ਖੁਰਾਕ ਨੂੰ ਕਰਕੇ ਤੇ ਇਹ ਦ੍ਰਿੜ
ਬਲਵਾਨ ਹੋ ਜਾਵੇ, ਅਸੀਂ ਵੀ ਆਪਣੇ ਜੀਵਨ ਨੂੰ ਸਫਲ ਕਰਕੇ ਇਸ ਦੁਨੀਆ ਤੋਂ ਤੁਰਦੇ ਬਣੀਏ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਰਹਿਮਤਾਂ ਕਰਨ, ਕਿਰਪਾ ਕਰਨ, ਆਪ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਆਪ ਜੀ ਦਾ ਸਰਵਣ ਕੀਤਾ ਸਫਲਾ ਹੋਵੇ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਓ ਮੇਲ। ਕਵਨ ਬੁੱਧ